ਸਤਿ ਸ੍ਰੀ ਅਕਾਲ ਪਿਆਰੇ ਦੋਸਤੋ, ਮੈਂ ਗੁਰਿੰਦਰ ਸਿੰਘ ਬਾੜ ਲੈ ਕੇ ਹਾਜ਼ਰ ਹਾਂ ਇੱਕ ਅੱਜ ਅਜਨਾਲਾ ਹਲਕੇ ਦੀ ਸਿਆਸਤ ਨਾਲ ਜੁੜੀ ਹੋਈ ਨਵੀਂ ਖਬਰ। ਮੇਰੇ ਨਾਲ ਨਗਰ ਪੰਚਾਇਤ ਅਜਨਾਲਾ ਦੇ ਸਾਬਕਾ ਪ੍ਰਧਾਨ ਭਾਈ ਜ਼ੋਰਾਵਰ ਸਿੰਘ ਅਜਨਾਲਾ ਮੌਜੂਦ ਨੇ ਔਰ ਸਿਆਸਤ ਦੇ ਬਦਲਦੇ ਹਲਕੇ ਦੇ ਸਮੀਕਰਨਾਂ ਉੱਤੇ ਇੱਕ ਪੰਛੀ ਝਾਤ ਮਾਰਾਂਗੇ, ਕੁਝ ਵਿਚਾਰਾਂ ਕਰਾਂਗੇ ਕਿ ਇਸ ਵੇਲੇ ਹਲਕੇ ਦੀ ਸਿਆਸਤ ਕਿਹੜੀ ਸਾਈਡ ਨੂੰ ਜਾ ਰਹੀ ਹੈ। ਪ੍ਰਧਾਨ ਸਾਹਿਬ, ਪਹਿਲਾਂ ਤਾਂ ਸਵਾਗਤ ਕਰਾਂਗੇ ਸਾਡੇ ਨਾਲ ਜੁੜਨ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰਧਾਨ ਸਾਹਿਬ, ਨਵੀਂ ਗੱਲ ਚੱਲਦੀ ਪਈ ਹੈ ਕਿ ਨਗਰ ਪੰਚਾਇਤ ਅਜਨਾਲਾ ਦੀ ਫੈਬਰੀ ਦੇ ਵਿੱਚ ਚੋਣ ਹੋਈ ਸੀ ਜੀ। ਇੱਕ ਪਾਸੇ 8 ਇੱਕ ਪਾਸੇ 7 ਕੌਂਸਲਰਾਂ ਦੀ ਜਿਹੜੀ ਆ ਉਹ ਟੀਮ ਤਿਆਰ ਹੋਈ, ਕੁਝ ਵਿੱਚੋਂ ਤੋੜ ਭੰਨ ਵੀ ਹੋਈ। ਬਹੁਮਤ ਜਿਹੜੀ ਆ ਕਾਂਗਰਸ ਪਾਰਟੀ ਨੂੰ ਮਿਲੀ, ਉਹਨਾਂ ਦੀ ਕਮੇਟੀ ਬਣ ਗਈ। ਪਰ ਕਮੇਟੀ ਬਣੀ ਨੂੰ ਵੀ ਅੱਜ 90 ਦਿਨ ਤੋਂ ਉੱਤੇ ਸਮਾਂ ਹੋ ਗਿਆ, ਪਰ ਕਿਸੇ ਪਾਸੇ ਵੀ ਕੋਈ ਗੱਲ ਲੱਗਦੀ ਨਜ਼ਰ ਨਹੀਂ ਆਉਂਦੀ। ਦੋਵਾਂ ਪਾਰਟੀਆਂ ਦੇ ਵਿੱਚ ਹੀ ਵੱਡੇ ਪੱਧਰ 'ਤੇ ਡਿਸਪਿਊਟ ਆ। ਤੁਸੀਂ ਵੀ ਅਗਵਾਈ ਕੀਤੀ ਹੈ ਲੰਮਾ ਸਮਾਂ ਨਗਰ ਪੰਚਾਇਤ ਅਜਨਾਲਾ ਦੀ, ਕਿਵੇਂ ਵੇਖ ਰਹੇ ਹੋ ਕਿ ਕਮੀਆਂ ਕਿੱਥੇ ਨੇ? ਦੇਖੋ, ਗੱਲ ਇਹ ਆ ਕਿ ਸਭ ਤੋਂ ਪਹਿਲਾਂ ਤੇ ਜਿਹੜੀ ਜਨਤਾ ਆ ਉਹਨੇ ਇੱਕ ਕਨਫਿਊਜ਼ ਫਤਵਾ ਦਿੱਤਾ, ਉਹਦੇ 'ਚ ਕਲੀਅਰ ਮੈਂਡੇਟ ਨਹੀਂ ਦਿੱਤਾ। ਬਈ 8 ਸੀਟਾਂ ਜਿੱਤੀਆਂ ਅਕਾਲੀ ਦਲ ਨੇ ਅਤੇ 7 ਜਿੱਤੀਆਂ ਕਾਂਗਰਸ ਨੇ, ਪਰ ਉਹਦੇ 'ਚੋਂ ਬਾਅਦ ਦੇ ਵਿੱਚ ਇੱਕ ਅਕਾਲੀ ਕੌਂਸਲਰ ਨੇ ਕਾਂਗਰਸ ਦਾ ਸਾਥ ਦੇ ਕੇ ਅਤੇ ਕਾਂਗਰਸ ਦੀ ਨਗਰ ਪੰਚਾਇਤ ਜਿਹੜੀ ਆ ਉਹ ਬਣਾਉਣ ਵਿੱਚ ਸਹਾਇਤਾ ਕੀਤੀ, ਬਣ ਗਈ। ਲੇਕਿਨ ਕਾਰਨ ਇਹ ਹੈ ਕਿ ਦੋਨੇ ਪਾਸੇ ਹੀ ਅਕਾਲੀ ਦਲ ਵਿੱਚ ਵੀ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਅਤੇ ਕਾਂਗਰਸ ਵਿੱਚ ਵੀ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਆਪਸੀ ਖਿੱਚੋਤਾਣ ਚੱਲ ਰਹੀ ਸੀ। ਇਸ ਖਿੱਚੋਤਾਣ ਦਾ ਸਿੱਟਾ ਹੀ ਇਹ ਨਿਕਲਿਆ ਕਿ ਅਕਾਲੀ ਕੌਂਸਲਰ ਛੱਡ ਕੇ ਕਾਂਗਰਸ ਵੱਲ ਚਲੇ ਗਏ। ਔਰ ਜਦੋਂ ਕਾਂਗਰਸ ਦੇ ਵਿੱਚ ਜਿਵੇਂ ਦੀਪਕ ਅਰੋੜਾ ਨੂੰ ਪ੍ਰਧਾਨ ਬਣਾਇਆ ਅਤੇ ਉਹਨਾਂ ਦੇ ਅੰਦਰ ਵੀ ਇੱਕ ਡਿਸਪਿਊਟ ਬਣਦਾ, ਕਿਉਂਕਿ ਇੱਥੇ ਇੱਕ ਅਨਾਰ 'ਤੇ 100 ਬਿਮਾਰ ਵਾਲੀ ਹਾਲਤ ਹੁੰਦੀ ਆ। ਇੱਕ ਵਾਰੀ ਪਹਿਲਾਂ ਵੀ ਆਪਣੀ ਗੱਲ ਹੋਈ ਸੀ, ਮੈਂ ਉਦੋਂ ਵੀ ਤੁਹਾਨੂੰ ਇਹ ਗੱਲ ਕਹੀ ਵੀ ਸਾਰੇ ਹੀ ਪ੍ਰਧਾਨਗੀ ਦੇ ਦਾਅਵੇਦਾਰ ਆ, ਔਰ ਉਹ ਗੱਲ ਸੱਚੀ ਆ, ਸਾਰੇ ਹੀ ਪ੍ਰਧਾਨਗੀ ਦੇ ਦਾਅਵੇਦਾਰ। ਕਿਉਂਕਿ ਜਿਹਨੇ ਵੀ ਪਾਰਟੀ ਵਿੱਚ ਕੰਮ ਕੀਤਾ ਹੁੰਦਾ ਵਾ, ਆਪਣੀ ਸਮਰਪਣ ਭਾਵਨਾ ਵਿਖਾਈ ਹੁੰਦੀ ਆ, ਉਹ ਬੰਦਾ ਇੱਕ ਆਸ ਕਰਕੇ ਰਹਿੰਦਾ। ਜਿਹੜੇ ਬੰਦੇ ਇਲੈਕਸ਼ਨ ਪ੍ਰੋਸੈਸ ਵਿੱਚ ਹਿੱਸਾ ਲੈਂਦੇ ਨੇ ਉਹ ਇਸੇ ਵਾਸਤੇ ਲੈਂਦੇ ਨੇ ਕਿ ਮੇਰਾ ਕੋਈ ਯੋਗ ਜਿਹੜਾ ਸਥਾਨ ਮੈਨੂੰ ਮਿਲੇਗਾ ਅਤੇ ਉਹਦੇ ਹਿਸਾਬ ਨਾਲ ਮੈਂ ਚੱਲਾਂਗਾ। ਜਦੋਂ ਫਿਰ ਉਹ ਨਹੀਂ ਮਿਲਦਾ ਅਤੇ ਫਿਰ ਬੰਦੇ ਦੇ ਕਿਤੇ ਨਾ ਕਿਤੇ ਮਨ ਨੂੰ ਠੇਸ ਪੁੱਜਦੀ। ਉਸ ਪੁੱਜੀ ਠੇਸ ਦਾ ਹੀ ਸਿੱਟਾ ਹੈ ਕਿ ਅੱਜ ਬਹੁਮਤ ਹੋਣ ਦੇ ਬਾਵਜੂਦ ਕਾਂਗਰਸ ਜਿਹੜੀ ਆਪਣੇ ਸਮੇਂ ਦੇ ਉੱਤੇ ਮੀਟਿੰਗ ਜਿਹੜੀ ਆ ਉਹ ਕਰਵਾਉਣ ਦੇ ਵਿੱਚ ਸਫਲ ਨਹੀਂ ਹੋ ਰਹੀ। ਮੌਜੂਦਾ ਵਿਧਾਇਕ ਦੇ ਬਾਰੇ ਜਿਹੜੇ ਆ ਅਕਾਲੀ ਕੌਂਸਲਰ ਨੇ ਉਹ ਵੀ ਗੱਲਬਾਤ ਕਰਦੇ ਆ। ਆਮ ਬਾਜ਼ਾਰ 'ਚ ਵੀ ਚਰਚਾ ਆ ਕਿ ਵਿਧਾਇਕ ਸਾਹਿਬ ਬੜੇ ਪੜ੍ਹੇ ਲਿਖੇ ਸੂਝਵਾਨ MLA ਨੇ। ਉਹ ਕਈ ਵਾਰੀ ਆਪਣੀਆਂ ਜਦੋਂ ਡਿਬੇਟ ਕਰਦੇ ਨੇ ਜਾਂ ਸੰਬੋਧਨ ਕਰਦੇ ਨੇ ਸਟੇਜਾਂ ਦੇ ਉੱਪਰ, ਤੇ ਉਹ ਕਹਿੰਦੇ ਹੁੰਦੇ ਆ ਕਿ USA ਤੋਂ ਪੜ੍ਹੇ ਹੋਏ ਨੇ ਔਰ ਉਹ ਸੰਵਿਧਾਨ ਦੀ ਵੀ ਚੰਗੀ ਤਰ੍ਹਾਂ ਸਮਝ ਰੱਖਦੇ ਆ। ਪਰ ਇੱਥੇ ਆ ਕੇ ਲੋਕ ਜਿਹੜੇ ਆ ਉਹ ਸੋਚਦੇ ਨੇ, ਗੱਲ ਵੀ ਕਰਦੇ ਨੇ ਕਿ ਨਗਰ ਪੰਚਾਇਤ ਅਜਨਾਲਾ ਦੀ ਕਮੇਟੀ ਚੁਣਨ ਦੇ ਵਿੱਚ MLA ਸਾਹਿਬ ਜਿਹੜਾ ਆ ਉਹਨਾਂ ਨੇ ਕੋਈ ਵਧੀਆ ਡਿਸੀਜਨ ਨਹੀਂ ਲਿਆ ਕਿ ਜਿਨ੍ਹਾਂ ਨੂੰ ਪ੍ਰਧਾਨ ਥਾਪਿਆ ਗਿਆ ਵਾ ਉਹਨਾਂ ਵੀ ਆਪਣੀ ਕੋਈ ਵਧੀਆ ਕਾਰਗੁਜ਼ਾਰੀ ਨਹੀਂ ਵਿਖਾਈ ਕਿ ਉਹ ਸਾਰੇ ਕੌਂਸਲਰਾਂ ਨੂੰ ਇੱਕ ਥਾਂ 'ਤੇ ਬਿਠਾ ਕੇ ਮੀਟਿੰਗ ਕਰ ਸਕਣ, ਮਤਾ ਪਾਸ ਕਰ ਸਕਣ, ਸ਼ਹਿਰ ਦੇ ਵਿਕਾਸ ਦੀ ਜਿਹੜੀ ਆ ਲੜੀ ਆ ਉਹਨੂੰ ਅੱਗੇ ਲੈ ਕੇ ਜਾ ਸਕਣ। ਅਤੇ ਇਹਦਾ ਜਿਹੜਾ ਚੰਗਾ ਸਿਰ ਆ, ਕ੍ਰੈਡਿਟ ਆ, ਉਹ ਹਲਕਾ ਵਿਧਾਇਕ ਦੇ ਸਿਰ ਵੱਧ ਸਕੇ, ਉਹਨਾਂ ਨੂੰ ਦਵਾ ਸਕਣ। ਉਹ ਵੀ ਫੇਲੀਅਰ ਸਾਬਤ ਹੋਏ ਨੇ ਔਰ ਸਾਰਾ ਦੋਸ਼ ਲੋਕ ਜਿਹੜਾ ਆ ਇਹ MLA ਸਾਹਿਬ ਦੇ ਸਿਰ ਮੜਦੇ ਨੇ। ਤੁਸੀਂ ਕਿਵੇਂ ਵੇਖਦੇ ਹੋ ਕਿ ਕੌਣ ਦੋਸ਼ੀ ਕੌਣ ਹੈ? ਵੇਖੋ, ਮੈਂ ਕਿਸੇ ਦੀ ਵਿਦਵਤਾ ਦੇ ਉੱਤੇ, ਕਿਸੇ ਦੀ ਸਿਆਣਪ ਦੇ ਉੱਤੇ ਕਿੰਤੂ ਕਰਨ ਵਾਲਾ ਕੌਣ ਹੈ ਮੈਂ ਨਹੀਂ ਕਰ ਸਕਦਾ ਕਿਸੇ ਦੇ ਉੱਤੇ ਕਿੰਤੂ। ਹਰ ਇੱਕ ਨੂੰ ਮਾਲਕ ਨੇ ਸਮਝ ਦਿੱਤੀ ਆ, ਪਰ ਇੱਕ ਚੀਜ਼ ਦੀ ਸਮਝ ਸਾਰਿਆਂ ਨੂੰ ਦਿੱਤੀ ਹੈ। ਹਰ ਬੰਦਾ ਇਹ ਸਮਝਦਾ ਵੀ ਮੈਂ ਬਹੁਤਾ ਸਿਆਣਾ, ਕਿਉਂਕਿ ਅਕਲ ਹਰ ਇੱਕ ਨੂੰ ਆਪਣੇ ਕੋਲ ਵੱਡੀ ਜਾਪਦੀ ਹੈ ਅਤੇ ਧਨ ਦੂਸਰੇ ਕੋਲ ਬਹੁਤਾ ਜਾਪਦਾ। ਜਿਸ ਥਾਂ ਦੇ ਉੱਤੇ ਕੋਈ ਬੰਦਾ ਬੈਠਾ ਹੁੰਦਾ ਉਹਦੀਆਂ ਆਪਣੀਆਂ ਮਜਬੂਰੀਆਂ ਹੁੰਦੀਆਂ ਨੇ, ਉਹਦੀਆਂ ਆਪਣੀਆਂ ਸੀਮਾਵਾਂ ਹੁੰਦੀਆਂ ਨੇ ਕਿ ਉਹਨੇ ਕੀ ਕਰਨਾ। ਹੁਣ ਮੌਜੂਦਾ ਵਿਧਾਇਕ ਨੇ ਪਤਾ ਨਹੀਂ ਆਪਣੇ ਹਿਸਾਬ ਨਾਲ ਕੀ ਸੋਚਿਆ ਹੋਊ, ਉਹਨਾਂ ਨੂੰ ਜੋ ਸਹੀ ਲੱਗਾ ਹੋਊ ਉਹਨਾਂ ਨੇ ਉਸ ਹਿਸਾਬ ਨਾਲ ਉਹ ਫੈਸਲਾ ਕਰ ਲਿਆ। ਇਸ ਕਰਕੇ ਉਹਦੇ ਵਿੱਚ ਬਾਹਰ ਦਾ ਪੜ੍ਹਿਆ ਹੋਣਾ ਜਾਂ ਲੋਕਲ ਪੜ੍ਹਿਆ ਹੋਣਾ, ਮੈਂ ਸਮਝਦਾ ਸਿਆਸਤ ਦੇ ਵਿੱਚ ਤੇ ਅਨਪੜ੍ਹ ਵੀ ਚੱਲ ਜਾਂਦੇ ਨੇ। ਸਿਆਸਤ ਦੇ ਵਿੱਚ ਤੇ ਅੱਜ ਕੱਲ੍ਹ ਜਿੱਦਾਂ ਦੀ ਸਿਆਸਤ ਬਣੀ ਹੈ ਤੁਹਾਡੇ ਸਾਹਮਣੇ ਹੀ ਆ ਵੀ ਇੱਥੇ ਕੋਈ ਡਿਗਰੀਆਂ ਸਰਟੀਫਿਕੇਟ ਨਹੀਂ ਵੇਖਦਾ, ਪਰ ਓਵਰਆਲ ਉਹਨਾਂ ਨੇ ਆਪਣੀ ਟੀਮ ਨੂੰ ਨਾਲ ਲੈ ਕੇ ਜੋ ਵੀ ਫੈਸਲਾ ਕੀਤਾ। ਪਰ ਮੈਂ ਇੱਕ ਚੀਜ਼ ਮਹਿਸੂਸ ਕੀਤੀ ਹੈ ਕਿ ਦੇਖੋ, ਹਲਕੇ ਦੀ 1.5 ਲੱਖ ਦੇ ਕਰੀਬ ਵੋਟ ਆ, 1.5 ਲੱਖ ਤੋਂ ਉੱਤੇ ਹੀ ਆ। 1.5 ਲੱਖ ਬੰਦੇ ਨੇ ਵੋਟ ਦਾ ਹੱਕ ਇਸਤੇਮਾਲ ਕਰਕੇ ਤੇ ਇਹਨਾਂ ਆਗੂਆਂ ਨੂੰ ਆਪਣੀ ਬਾਗਡੋਰ ਫੜਾਉਣੀ ਹੁੰਦੀ। ਪਰ ਮੈਂ ਇੱਕ ਚੀਜ਼ ਸਮਝ ਸਕਿਆ ਵੀ ਦੋਨਾਂ ਧਿਰਾਂ ਦੇ 7-7 8-8 ਕਾਉਂਸਲਰ ਤੁਸੀਂ ਹੁਣ ਮਤਲਬ
7-7 ਇੱਕ ਤਾਂ ਫਲੋਟਿੰਗ ਹੋ ਗਿਆ ਨਾ। ਪਰ ਆਪਾਂ 7 ਬੰਦਿਆਂ ਦੀ ਵੀ ਜੇ ਆਗੂ ਬਿਠਾ ਕੇ ਆਪਸ ਦੇ ਵਿੱਚ ਇੱਕ ਮਤ ਨਹੀਂ ਕਰ ਸਕਦੇ, ਤੁਸੀਂ ਆਪਣੀ ਗੱਲ ਜਿਹੜੀ ਆ ਕਨਵਿੰਸ ਨਹੀਂ ਕਰ ਸਕਦੇ ਆਪਣੇ ਬੰਦਿਆਂ ਨੂੰ, ਤੇ ਨੈਚੁਰਲ ਗੱਲ ਹੈ ਵੀ ਕਮੀ ਕਿਤੇ ਨਾ ਕਿਤੇ ਤੁਹਾਡੇ ਵਿੱਚ ਹੀ ਹੈ। ਜੇ ਤੁਸੀਂ 8 ਬੰਦਿਆਂ ਨੂੰ ਸੈਟੀਸਫਾਈ ਨਹੀਂ ਕਰਾ ਸਕਦੇ ਬਿਠਾ ਕੇ, ਜਿਹੜੇ ਕਿ ਤੁਹਾਡੇ ਸਿੰਬਲ ਦੇ ਉੱਤੇ ਹੀ ਦਿੱਤੇ ਨੇ, ਤੇ ਫਿਰ ਆਪਾਂ ਬਾਕੀਆਂ ਨੂੰ ਕਿੱਦਾਂ ਇਸ ਗੱਲ ਲਈ ਫੋਰਸ ਕਰ ਸਕਦੇ ਹਾਂ ਵੀ ਤੁਸੀਂ ਸਾਡੀ ਗੱਲ ਮੰਨੋ ਸਾਰੀ। ਮੈਂ ਨਾ ਜੇ ਇਸੇ ਸਹਿਮਤੀ ਦੇ ਨਾਲ ਹੀ ਅਕਾਲੀ ਆਪਣਾ ਕੌਂਸਲਰ ਗਰੁੱਪ ਦੇ ਵਿੱਚ ਫੈਸਲਾ ਕੀਤਾ ਹੁੰਦਾ ਬਿਠਾ ਕੇ, ਤੇ ਸ਼ਾਇਦ ਉਹਨਾਂ ਦਾ ਕੌਂਸਲਰ ਛੱਡ ਕੇ ਦੂਸਰੇ ਬੰਨੇ ਨਾ ਜਾਂਦਾ। ਪਰ ਬਿਲਕੁਲ ਸੇਮ ਕੰਡੀਸ਼ਨ ਉੱਧਰ ਵੀ ਰਹੀ ਹੈ। ਜੇ ਉਹਨਾਂ ਵੀ ਗਿਣਤੀ ਮਿਣਤੀ ਦੇ ਜੋੜ ਨਾਲੋਂ ਲੋਕਾਂ ਦੇ ਦਿਲ ਟਟੋਲ ਕੇ, ਆਪਣੇ ਕੌਂਸਲਰ ਦੇ ਮਨ ਫੋਲ ਕੇ, ਉਹਨਾਂ ਦੇ ਮਨ ਦੀ ਤਸੱਲੀ ਕਰਾ ਕੇ, ਵੇਖੋ ਬਣਨਾ ਤੇ ਪ੍ਰਧਾਨ ਕਿਸੇ ਇੱਕ ਨੇ ਆ, ਸਾਰਿਆਂ ਨੇ ਤੇ ਬਣ ਨਹੀਂ ਜਾਣਾ ਬਿਲਕੁਲ, ਲੇਕਿਨ ਬਣਦਾ ਉੱਥੇ ਇਹ ਆ ਵੀ ਸਾਰਿਆਂ ਨੂੰ ਨਾਲ ਲੈ ਕੇ ਕਨਵਿੰਸ ਕੀਤਾ ਜਾਵੇ, ਭਰੋਸੇ 'ਚ ਲਿਆ ਜਾਵੇ। ਜਗ੍ਹਾ ਹੋਰ ਬੜੀਆਂ ਹੁੰਦੀਆਂ ਨੇ, ਜੇ ਪ੍ਰਧਾਨ ਨਹੀਂ ਤੇ ਚਲੋ ਹੋਰ ਸਹੀ, ਕਿਤੇ ਨਾ ਕਿਤੇ ਐਡਜਸਟਮੈਂਟ ਹੋ ਜਾਂਦੀ ਹੈ। ਪਰ ਇਹਦੇ ਨਾਲ ਲੋਕਾਂ ਦੇ ਵਿੱਚ ਇੱਕ ਨਿਰਾਸ਼ਤਾ ਦੀ ਫੀਲਿੰਗ ਜਿਹੜੀ ਹੈ ਗਈ ਹੈ। ਲੋਕ ਇਹ ਸਮਝ ਰਹੇ ਆ ਕਿ 3 ਮਹੀਨੇ ਲੰਘ ਜਾਣ ਦੇ ਬਾਵਜੂਦ ਹੁਣ ਜਿੰਨੇ ਮਰਜ਼ੀ ਕੰਮ ਸ਼ੁਰੂ ਕਰੀ ਜੋ, ਆਹ ਕਰਤਾ ਜੀ ਉਹ ਕਰਤਾ, ਅਸਲ ਦੇ ਵਿੱਚ ਗੱਲ ਤੇ ਆ ਵੀ ਜਦੋਂ ਹਾਲੇ ਤੱਕ ਤੇ ਮੀਟਿੰਗ ਹੀ ਨਹੀਂ ਕੀਤੀ, ਤੇ ਜੇ ਮੀਟਿੰਗ ਨਹੀਂ ਕੀਤੀ ਤੇ ਕੰਮ ਕਿੱਥੋਂ ਕਰ ਦੇਣਗੇ, ਕੀ ਹੋਏਗਾ? ਔਰ ਇਹ ਸਮਾਂ ਜਿਹੜਾ ਵਾ ਲੋਕਾਂ ਦਾ ਵਿਅਰਥ ਚਲਾ ਗਿਆ। ਮਗਰ ਇਲੈਕਸ਼ਨ ਨੂੰ, ਵਿਧਾਨ ਸਭਾ ਦੀ ਨੂੰ ਕੋਈ ਬਹੁਤਾ ਸਮਾਂ ਬਾਕੀ ਨਹੀਂ ਬਚਿਆ। ਇਸ ਕਰਕੇ ਸਰਕਾਰਾਂ ਆਖਰੀ ਸਾਲ ਦੇ ਵਿੱਚ ਤੇ ਕੁਝ ਮਾਲ ਮਤਾ ਦਿੰਦੀਆਂ, ਕੁਝ ਪੈਸਾ ਧੇਲਾ ਦਿੰਦੀਆਂ, ਡਿਵੈਲਪਮੈਂਟ ਦੇ ਕੰਮ ਹੁੰਦੇ ਆ, ਤੇ ਜੇ ਇਹਨਾਂ ਦਿਨਾਂ ਦੇ ਵਿੱਚ ਆ ਕੇ ਵੀ ਇਹ ਡਿਸਪਿਊਟ ਰਹੇਗਾ ਤੇ ਸ਼ਹਿਰ ਦਾ ਤੇ ਅਲਟੀਮੇਟਲੀ ਨੁਕਸਾਨ ਹੋ ਜੂ ਨਾ। ਇਸ ਕਰਕੇ ਮੈਨੂੰ ਤਾਂ ਇੰਝ ਲੱਗਦਾ ਵੀ ਕਮੇਟੀ ਚਲਾਉਣ ਵਾਸਤੇ ਆਪਣੇ ਸਾਰੇ ਕੌਂਸਲਰਸ ਨੂੰ ਨਾਲ ਲੈ ਕੇ ਉਹਨਾਂ ਦੇ ਮਨ ਦੀ ਤਸੱਲੀ ਕਰਾ ਕੇ, ਜੇ ਲੱਗਦਾ ਵੀ ਕੋਈ ਫੈਸਲਾ ਬਦਲ ਕੇ ਸਹੀ ਕਰ ਸਕਦੇ ਤੇ ਉਹਦੇ ਕਰ ਲੈਣ 'ਚ ਵੀ ਕੋਈ ਹਰਜ ਨਹੀਂ, ਪਰ ਸ਼ਹਿਰ ਦਾ ਵਿਕਾਸ ਕਿਸੇ ਕੀਮਤ 'ਤੇ ਰੁਕਣਾ ਨਹੀਂ ਚਾਹੀਦਾ। ਸੋ ਪ੍ਰਧਾਨ ਜੀ, ਤੁਸੀਂ ਵਿਦਵਤਾ ਦੀ ਗੱਲ ਕੀਤੀ ਹੈ। ਵਿਦਵਤਾ ਬਾਰੇ ਮੈਂ ਵੀ ਇਹ ਕਹਿਣਾ ਚਾਹੁੰਦਾ ਕਿ ਕੋਈ ਕਿੰਨਾ ਪੜ੍ਹਿਆ ਲਿਖਿਆ ਹੈ, ਉਹਦੀ ਆਪਣੀ ਨਿੱਜੀ ਕਮਾਈ ਹੈ, ਪਰ ਜਦੋਂ ਅਸੀਂ ਪ੍ਰਚਾਰ ਕਰਦੇ ਨੇ ਇਸ ਤਰ੍ਹਾਂ ਦਾ ਕਿ ਅਸੀਂ ਕਿਸੇ ਨਾਲੋਂ ਵੱਧ ਸਿਆਣੇ ਆ, ਫਿਰ ਲੋਕ ਉਹਦੇ ਉੱਤੇ ਨੁਕਤਾਚੀਨੀ ਵੀ ਕਰਦੇ ਆ। ਸੋ ਬਾਜ਼ਾਰ 'ਚ ਇਹ ਗੱਲਾਂ ਜਿਹੜੀਆਂ ਆਮ ਚੱਲਦੀਆਂ ਨੇ ਕਿ ਕੌਣ ਕਿੰਨਾ ਪੜ੍ਹਿਆ ਹੈ, ਕੌਣ ਆਪਣੀ ਵਿਦਵਤਾ ਦਾ ਪ੍ਰਚਾਰ ਕਰਦਾ ਹੈ। ਪਰ ਤੁਸੀਂ ਨਗਰ ਪੰਚਾਇਤ ਦੇ ਨਾਲਾਂ ਦੇ ਪ੍ਰਧਾਨ ਰਹਿ ਚੁੱਕੇ ਹੋ। ਮੈਂ ਤਾਂ ਤੁਹਾਡੇ ਨਾਲ ਇਹ ਗੱਲ ਕਰਨੀ ਚਾਹੀ ਸੀ ਕਿ ਇਸ ਵੇਲੇ ਜੋ ਨਗਰ ਪੰਚਾਇਤ ਦੇ ਨਾਲਾਂ ਦਾ ਮਾਹੌਲ ਚੱਲ ਰਿਹਾ, ਜ਼ਿੰਮੇਵਾਰੀ ਹੁੰਦੀ ਆ ਪ੍ਰਧਾਨ ਸਾਹਿਬ ਦੀ ਕਿ ਉਹ ਸਾਰੀ ਜਿਹੜੀ ਆ ਟੀਮ ਹੈ ਉਹਨੂੰ ਨਾਲ ਲੈ ਕੇ ਚੱਲਣ। ਹਾਂ, ਜੇ ਕਿਤੇ ਕਿਸੇ ਨਾਲ ਅਣਬਣ ਹੁੰਦੀ ਆ, ਕਿਸੇ ਨਾਲ ਕੋਈ ਵਿਚਾਰਕ ਮਤਭੇਦ ਹੁੰਦੇ ਆ, ਨਹੀਂ ਹੁੰਦੇ, ਤਾਂ ਉਸ ਤੋਂ ਬਾਅਦ ਜ਼ਿੰਮੇਵਾਰੀ ਹਲਕਾ ਵਿਧਾਇਕ ਦੀ ਬਣਦੀ ਆ ਕਿ ਉਹ ਸਾਰਿਆਂ ਦਾ ਸਿਰ ਜੋੜ ਕੇ ਇਕੱਠੇ ਬਿਠਾਉਣ ਤੇ ਵਿਕਾਸ ਦੀ ਜਿਹੜੀ ਆ ਪੰਚਾਇਤ ਨੂੰ ਚਲਾਉਣ ਦੀ ਜਿਹੜੀ ਜ਼ਿੰਮੇਵਾਰੀ ਆ ਉਹਨੂੰ ਬਖੂਬੀ ਨਿਭਾਇਆ ਜਾਵੇ। ਇਹਨਾਂ 3 ਮਹੀਨੇ ਤੋਂ ਉੱਪਰ ਜਿਹੜਾ ਸਮਾਂ ਬੀਤ ਜਾਣਾ, ਮੈਂ ਉਹ ਪੁੱਛਣਾ ਚਾਹੁੰਦਾ ਕਿ ਫੇਲੀਅਰ ਕਿੱਥੇ ਆ? ਕਿਹਨੂੰ ਇਸ ਗੱਲ ਦਾ ਦੋਸ਼ ਦਿੱਤਾ ਜਾਵੇ ਕਿ ਸ਼ਹਿਰ ਦੇ ਲੋਕਾਂ ਨੇ ਤੁਹਾਨੂੰ ਵੋਟ ਪਾ ਕੇ ਚੁਣਿਆ, ਨੰਗੇ ਹੋ ਕੇ ਵੋਟ ਪਾਈ ਆ ਕਿ ਮੈਂ ਇਸ ਉਮੀਦਵਾਰ ਨੂੰ ਚੁਣਿਆ ਕਿ ਮੇਰੇ ਸ਼ਹਿਰ ਦਾ, ਮੇਰੇ ਘਰ ਦਾ, ਮੇਰੀ ਗਲੀ ਦਾ, ਮੇਰੇ ਮੁਹੱਲੇ ਦਾ ਜਿਹੜਾ ਵਿਕਾਸ ਹੋ ਸਕੇ, ਤੇ ਜੇ ਇਸ ਤਰ੍ਹਾਂ ਹੀ ਇਹ ਲਮਕਦਾ ਰਿਹਾ, ਸਰਕਾਰ ਤੇ ਪਿੱਛੇ 3 ਮਹੀਨੇ 4 ਮਹੀਨੇ ਦਾ ਸਮਾਂ ਰਹਿ ਗਿਆ, ਤੇ ਲੋਕ ਜਿਹੜਾ ਆ ਉਹ ਕਿਹਨੂੰ ਸਵਾਲ ਕਰਨ, ਉਹਨਾਂ ਨੂੰ ਜਵਾਬ ਦੇ ਕੌਣ ਹੋਵੇ? ਵੇਖੋ ਗੱਲ ਇਹ ਆ ਵੀ 2-3 ਗੱਲਾਂ ਤੁਹਾਡੇ ਸਵਾਲ ਦੇ ਵਿੱਚ ਆਈਆਂ। ਇੱਕ ਤਾਂ ਵੀ ਜਿਹੜਾ ਬਿਠਾ ਕੇ ਤੇ ਆਪਸ ਦੇ ਵਿੱਚ ਸਹਿਮਤੀ ਕਿਉਂ ਨਹੀਂ ਕਰਾਈ, ਉਹਦੇ ਵਿੱਚ ਇਹ ਸਿਆਸਤ ਤੇ ਇਹ ਆਂਦੀ ਆ ਵੀ ਇਕੱਠੇ ਨਾ ਹੋਣ ਦਿਓ, ਸਾਰੇ ਆਪੋ ਆਪਣੀ ਥਾਈ ਲੱਗੇ ਰਹਿਣਗੇ ਤੇ ਸਾਡੇ ਵੱਲ ਕਿਸੇ ਦਾ ਧਿਆਨ ਹੋਊ। ਪਰ ਜਦੋਂ ਇਹੋ ਜਿਹੀ ਨਾਜ਼ੁਕ ਹਾਲਤ ਆ ਜਾਂਦੀ ਹੈ ਔਰ ਜਿਹਦੇ ਵਿੱਚ ਖਾਸ ਕਰਕੇ ਸ਼ਹਿਰ ਦਾ ਵਿਕਾਸ ਦਾ ਮਾਮਲਾ ਜੁੜਿਆ ਹੋਵੇ, ਉੱਥੇ ਸਿਆਸਤ ਨੂੰ ਪਿੱਛੇ ਛੱਡ ਕੇ ਤੇ ਦਿਲ ਟਟੋਲਣ ਦੀ ਸਿਆਸਤ ਜਿਹੜੀ ਆ, ਦਿਲ ਟਟੋਲਣ ਦੀ ਨੀਤੀ ਜਿਹੜੀ ਆ, ਉਹ ਲਾਗੂ ਕਰਨੀ ਚਾਹੀਦੀ ਹੈ। ਰਹੀ ਗੱਲ ਪ੍ਰਧਾਨ ਦੇ ਕੰਮਕਾਰ ਕਰਨ ਦੀ, ਭਈ ਉਹਨੂੰ ਕਿੱਦਾਂ ਦਾ ਵਿਹਾਰ ਕਰਨਾ ਚਾਹੀਦਾ ਸੀ, ਲੋਕਾਂ ਨੂੰ ਕਿਵੇਂ ਨਾਲ ਲੈਣਾ ਚਾਹੀਦਾ ਸੀ, ਵੇਖੋ ਕੋਈ ਵੀ ਬੰਦਾ ਸਾਰਿਆਂ ਦੀ ਪਸੰਦ ਨਹੀਂ ਹੋ ਸਕਦਾ। ਮੈਂ ਵੀ ਆਪਣਾ ਸਮਾਂ ਪੂਰਾ ਕੀਤਾ, ਮੇਰਾ ਪਹਿਲੇ ਦਿਨ ਹੀ ਵਿਰੋਧ ਸ਼ੁਰੂ ਹੋ ਗਿਆ ਸੀ। ਪਰ ਇਸ ਤਰ੍ਹਾਂ ਦਾ ਵਿਰੋਧ ਨਹੀਂ ਨਜ਼ਰ ਮੇਰੇ ਉਹਦੇ 'ਚ ਕਾਰਨ ਇਹ ਸੀ ਵੀ ਸਾਡੇ ਗਰੁੱਪ ਦੇ ਕੋਲ ਬਹੁਮਤ ਇੰਨਾ ਜ਼ਿਆਦਾ ਆਏਗਾ ਕਿ ਸਾਡੇ ਵਿਰੁੱਧ ਤੇ ਇੱਕ ਵੀ ਕੌਂਸਲਰ ਨਹੀਂ ਸੀ ਜਿੱਤਿਆ ਦੂਸਰੀ ਪਾਰਟੀ ਦਾ, ਇਸ ਕਰਕੇ ਸਾਨੂੰ ਕੋਈ ਬਹੁਤਾ ਡਰ ਖਤਰਾ ਨਹੀਂ ਹੈਗਾ। ਪਰ ਜਿਹੜਾ ਵਿਰੋਧ ਸੀ ਨਾ, ਵੇਖੋ ਜਿਹੜੀ ਚਾਹਤਾਂ ਦਾ ਹੁੰਦਾ, ਜਦੋਂ ਚਾਹਤ ਪੂਰੀ ਨਹੀਂ ਹੁੰਦੀ ਤੇ ਫਿਰ ਉਹਦੇ 'ਚ ਨੈਚੁਰਲ ਗੱਲ ਆ ਵੀ ਵਿਰੋਧ ਉਤਪੰਨ ਹੋ ਜਾਂਦੇ ਆ। ਮੇਰਾ ਵੀ ਹੈਗਾ। ਨਹੀਂ, ਤੁਹਾਡਾ ਵਿਰੋਧ ਹੋਏਗਾ, ਵਿਰੋਧੀ ਧਿਰ ਵੱਲੋਂ ਮਾੜਾ ਮੋਟਾ ਆਪਣੇ ਨਹੀਂ, ਆਪਣੇ ਗਰੁੱਪ 'ਚ ਸੀ। ਨਹੀਂ, ਕਾਂਗਰਸ ਤੇ ਆਪਣੇ ਗਰੁੱਪ 'ਚ ਇੰਨਾ ਜ਼ਿਆਦਾ ਕਿ ਪ੍ਰਧਾਨ ਹੀ ਨਹੀਂ ਮਨਜ਼ੂਰ। ਸਾਡਾ ਵੀ ਆਪਣੇ ਗਰੁੱਪ 'ਚ ਹੀ ਸੀ ਵਿਰੋਧ, ਬਾਹਰ ਨਹੀਂ ਸੀ ਹੈਗਾ ਸਾਡਾ। ਪਰ ਉੱਥੇ ਇਹ ਹੋਇਆ ਸੀ ਕਿ ਤੁਹਾਨੂੰ ਨੋਮੀਨੇਟ ਕਰਨ ਤੋਂ ਬਾਅਦ ਪ੍ਰਧਾਨ ਕਿਸੇ ਨੇ ਕਿਹਾ ਕਿ ਮੈਨੂੰ ਮਨਜ਼ੂਰ ਹੀ ਨਹੀਂ, ਮੈਂ ਮੀਟਿੰਗ 'ਚ ਨਹੀਂ ਜਾਣਾ, ਮੈਂ ਮਤਾ ਹੀ ਨਹੀਂ ਪਾਉਣਾ। ਨਹੀਂ, ਉਹ ਵੇਖੋ ਗੱਲ ਇੱਦਾਂ ਹੋਈ ਸੀਗੀ ਵੀ ਮੈਂ ਤੇ ਅੱਗੇ ਵੀ ਇੱਕ ਦਿਨ ਸਾਡੇ ਮੌਜੂਦਾ ਪ੍ਰਧਾਨ ਸਾਹਿਬ ਨੂੰ ਵੀ ਇਹ ਕਿਹਾ ਸੀਗਾ ਵੀ ਵੇਖੋ ਵਿਰੋਧ ਮੇਰਾ ਵੀ ਸੀ, ਪਰ ਮੈਂ ਤਰਲੇ ਤੁਰਲੇ ਕੱਢ ਕੇ ਬੰਦੇ ਨਾਲ ਤੋਰ ਲੈਣਾ ਹਾਂ। ਘੱਟੋ ਘੱਟ 10-12 ਬੰਦੇ ਮੇਰੇ ਨਾਲ ਹਰ ਵੇਲੇ ਤੁਰ ਪੈਂਦੇ ਸੀ। ਬਾਕੀ ਇਹ ਵੀ ਨਾ ਤਾਂ ਮੇਰੀ ਨੀਤੀ ਦਾ ਕਿਸੇ ਨੇ ਵਿਰੋਧ ਕੀਤਾ, ਨਾ ਮੇਰੇ ਕੰਮ ਕਰਦਾ ਵਿਰੋਧ ਕੀਤਾ। ਹੁਣ ਇਹਦੇ ਵਿੱਚ ਕਈ ਸਾਥੀ ਮੇਰੇ ਤੋਂ ਸੀਨੀਅਰ ਸੀਗੇ, ਜਦੋਂ
ਮੇਰੀ ਵਾਰੀ ਲੱਗ ਗਈ ਤੇ ਨੈਚੁਰਲ ਗੱਲ ਹੈ ਵੀ ਉਹਨਾਂ ਦੀ ਭਾਵਨਾ ਹਟ ਹੋਈਆਂ ਹੋਣਗੀਆਂ, ਇਸ ਕਰਕੇ ਉਹਨਾਂ ਨੂੰ ਲੱਗਦਾ ਸੀਗਾ ਵੀ ਸਾਡੀ ਵਾਰੀ ਆਉਣੀ ਚਾਹੀਦੀ ਹੈ। ਪਰ ਮੈਂ ਕੋਸ਼ਿਸ਼ ਕੀਤੀ ਆਪਣੇ ਨਿੱਜੀ ਸੰਬੰਧਾਂ ਨੂੰ ਕਿਸੇ ਦੇ ਮਾਮਲੇ ਦੇ ਵਿੱਚ ਆੜੇ ਨਾ ਆਉਣ ਦੇਵਾਂ। ਜਿਸ ਵੀ ਵਾਰਡ ਦੇ ਵਿੱਚ ਕੰਮ ਕੀਤਾ ਉਸ ਕਾਉਂਸਲਰ ਨੂੰ ਭਰੋਸੇ 'ਚ ਲੈ ਕੇ ਉਹਦੇ ਨਾਲ ਮੀਟਿੰਗ ਕਰਕੇ ਬਕਾਇਦਾ ਉਹਨੂੰ ਅੱਗੇ ਲਾ ਕੇ ਕੰਮ ਕੀਤਾ ਵੀ ਤੁਸੀਂ ਆਪਣੀ ਵਾਰਡ ਦਾ ਕੰਮ ਆਪ ਸ਼ੁਰੂ ਕਰਾਓ। ਪਰ ਇੱਥੇ ਮੈਂ ਇਹ ਚੀਜ਼ ਮਹਿਸੂਸ ਨਹੀਂ ਕਰਦਾ। ਇੱਥੇ ਨਾ ਜਦੋਂ ਆਪਣੇ ਸਾਥੀਆਂ ਨੂੰ ਇਹ ਹੋਣ ਲੱਗ ਜਾਏ ਕਿ ਸਾਨੂੰ ਬਿਲਕੁਲ ਇਗਨੋਰ ਕੀਤਾ ਜਾ ਰਿਹਾ ਤੇ ਫਿਰ ਬਹਾਨੇ ਮਿਲ ਜਾਂਦੇ ਨੇ, ਨਾਰਾਜ਼ਗੀਆਂ ਤਾਂ ਹੁੰਦੀਆਂ ਨੇ। ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਵੀ ਚਲੋ ਕੋਈ ਵੀ ਬੰਦਾ ਪਰਿਪੂਰਨ ਤਾਂ ਨਹੀਂ ਹੁੰਦਾ, ਉਹਦੇ 'ਚ ਕਮੀਆਂ ਪੇਸ਼ੀਆਂ ਤੇ ਹਰ ਇਨਸਾਨ ਦੇ ਵਿੱਚ ਹੁੰਦੀਆਂ। ਕੋਈ ਬੰਦਾ ਵੀ ਜਿਹੜਾ ਪਰਿਪੂਰਨ ਨਹੀਂ ਹੈਗਾ, ਹਰ ਇੱਕ ਦੇ ਵਿੱਚ ਕੋਈ ਨਾ ਕੋਈ ਕਮੀ ਪੇਸ਼ੀ ਹੁੰਦੀ ਹੈ। ਇਸ ਕਰਕੇ ਸਾਡੇ ਸਾਰਿਆਂ ਦਾ ਇਹ ਹਾਲ ਆ। ਪਰ ਜਿੱਦਾਂ ਦੀ ਉਹ ਇੱਕ ਬਿਲਕੁਲ ਕਿਨਾਰੇ ਜਿਹੇ ਦੇ ਉੱਤੇ ਖਲੋਤੀ ਹੈ ਕਮੇਟੀ, ਇਸ ਕਰਕੇ ਉਹਨਾਂ ਨੂੰ ਤੇ ਆਮ ਸਹਿਮਤੀ ਬਣਾਉਣ ਦੀ ਜ਼ਿਆਦਾ ਲੋੜ ਹੈ। ਸਾਰਿਆਂ ਦੇ ਨਾਲ ਮੇਲ ਮਿਲਾਪ ਨਿੱਜੀ ਰੂਪ ਦੇ ਵਿੱਚ ਆਪ ਵੀ ਕਰਨਾ। ਫੈਸਲਾ ਤਾਂ ਲੀਡਰਸ਼ਿਪ ਨੇ ਕੀਤਾ, ਨਿੱਜੀ ਵਿਰੋਧ ਤਾਂ ਕੋਈ ਨਹੀਂ ਨਾ। ਉਹਨੂੰ ਘਰ ਜਾਣ 'ਚ ਕੀ ਹਰਜ ਹੈ? ਜੇ ਬਾਕੀ ਸਾਰੇ ਜਿਹੜੇ ਬੰਦੇ ਨਾਰਾਜ਼ ਨੇ ਉਹਨਾਂ ਦੇ ਘਰ ਚਲੇ ਜਾਏ, ਯਾਰ ਮੇਰੇ ਨਾਲ ਤੁਰੋ, ਆਪਾਂ ਤਕੜੇ ਹੋ ਕੇ ਸ਼ਹਿਰ ਦਾ ਵਿਕਾਸ ਕਰੀਏ। ਤੁਸੀਂ ਇਹ ਤੋਂ ਪਹਿਲਾਂ ਗੱਲ ਕੀਤੀ ਆ ਕਿ ਲੜਾਈ ਪ੍ਰਧਾਨਗੀ ਦੀ ਆ। ਹੁਣ ਜਿਹੜਾ ਬੰਦਾ ਇਹ ਚਾਹਤ ਰੱਖ ਕੇ ਬੈਠਾ ਕਿ ਮੈਂ ਨਗਰ ਪੰਚਾਇਤ ਦੇ ਨਾਲ ਦਾ ਪ੍ਰਧਾਨ ਬਣਨਾ ਚਾਹੀਦਾ ਸਾਂ, ਮੈਂ ਸ਼ਰਤਾਂ ਵੀ ਪੂਰੀਆਂ ਕਰਦਾ, ਮੈਨੂੰ ਉੱਪਰੋਂ ਵੀ ਜਿਹੜਾ ਹਾਈ ਕਮਾਂਡ ਵੱਲੋਂ ਵੀ ਲਾਰਾ ਲਾਇਆ ਗਿਆ, ਉਹ ਕਿਸ ਤਰ੍ਹਾਂ ਮੰਨ ਸਕਦਾ? ਕਿਹੜੀ ਗੱਲ ਤੇ ਸਮਝੌਤਾ ਕਰ ਸਕਦਾ? ਪ੍ਰਧਾਨ ਸਾਹਿਬ ਕਿਸ ਤਰ੍ਹਾਂ ਜਾ ਕੇ ਮਨਾਉਣ ਉਹਨਾਂ ਨੂੰ? ਇਹ ਤਾਂ ਹੁਣ ਸਬਰ ਦਾ ਘੋਟੀ ਭਰਨਾ ਪੈਣਾ, ਹੋਰ ਕੀ ਕਰਨਾ ਵਾ। ਸਿਆਸਤ ਵਿੱਚ ਇਹ ਸਭ ਕੁਝ ਕਰਨਾ ਪੈਂਦਾ ਵਾ। ਜੋ ਵੀ ਚਾਹੀਏ ਸਾਰਾ ਕੁਝ ਹਰ ਬੰਦੇ ਨੂੰ ਮਿਲ ਨਹੀਂ ਜਾਂਦਾ, ਕਿਸੇ ਨਾ ਕਿਤੇ ਚੀਜ਼ ਦੇ ਵਿੱਚ ਸਮਝੌਤਾਵਾਦੀ ਹੋਣਾ ਪੈਂਦਾ। ਅੱਛਾ, ਇੱਕ ਗੱਲ ਹੋ ਰਿਹਾ ਤੁਹਾਡੇ ਨਾਲ ਗੱਲ ਕਰਨ ਦਾ ਮੇਰਾ ਅੱਜ ਮਕਸਦ ਤਾਂ ਸੀ ਕਿ ਜਦੋਂ ਵੀ ਨਗਰ ਪੰਚਾਇਤ ਇਨਾਲਾ ਦੀ ਜਾਂ ਇਨਾਲਾ ਹਲਕੇ ਦੀ ਸਿਆਸਤ ਦੀ ਗੱਲ ਇੱਥੇ ਚੱਲਦੀ ਹੈ ਨਾ, ਜਾਂ ਸ਼ਹਿਰ ਦੀ ਗੱਲ ਚੱਲਦੀ ਹੈ, ਬਾਜ਼ਾਰ ਦੀ, ਤੇ ਤੁਹਾਡਾ ਨਾਮ ਹੀ ਉਭਾਰ ਕੇ ਲਿਆ ਜਾਂਦਾ ਕਿ ਸ਼੍ਰੋਮਣੀ ਅਕਾਲੀ ਦਲ ਨਾਲੋਂ ਆਪਾਂ ਵੱਖ ਹੋਏ, ਕੁਝ ਵਿਚਾਰਕ ਮਤਭੇਦ ਹੋਏ, ਜਾਂ ਜੋ ਵੀ ਉਹ ਐਪੀਸੋਡ ਵਾਪਰਿਆ, ਕਿ ਹੁਣ ਕਾਂਗਰਸ ਦੀ ਕਿਤੇ ਨਾ ਕਿਤੇ ਤੁਹਾਡੀ ਕਾਂਗਰਸ ਨੂੰ ਸ਼ਹਿ ਹੈਗੀ ਆ, ਜਿਸ ਕਰਕੇ ਜਿਹੜਾ ਇਹ ਸਾਰਾ ਮਾਮਲਾ ਇਹ ਲਮਕਦਾ ਜਾ ਰਿਹਾ ਕਿ ਐਮਐਲਏ ਸਾਹਿਬ ਸ਼ਾਇਦ ਇਹ ਸੋਚਦੇ ਆ ਜੋ ਲੋਕ ਕਹਿੰਦੇ ਆ। ਮੈਨੂੰ ਨਹੀਂ ਪਤਾ ਕਿ ਨਿੱਜੀ ਉਹਨਾਂ ਦੀ ਰਾਏ ਕੀ ਆ, ਕਿ ਮੇਰੇ ਕੋਲ ਇੱਕ ਬਾਗੀ ਧੜਾ ਹੈਗਾ ਆ ਤੇ ਵਿਰੋਧੀ ਜਿਹੜਾ ਮੇਰਾ ਆ ਉਹ ਕਦੀ ਵੀ ਕਾਮਯਾਬ ਨਹੀਂ ਸਿਆਸਤ ਨਾਲੇ ਦੀ ਸਿਆਸਤ 'ਚ ਹੋ ਸਕਦਾ। ਇਸ ਕਰਕੇ ਮੈਂ ਜਿੱਤਿਆ ਜੋ ਵੀ ਇੱਥੇ ਥੱਲੇ ਚੱਲਦਾ ਆ ਚੱਲੀ ਜਾਣ ਤੋਂ ਆਪੇ ਠੀਕ ਹੋ ਜਾਣਾ। ਨਹੀਂ, ਵੇਖੋ ਮੈਂ ਇੱਕ ਚੀਜ਼ ਸਪਸ਼ਟ ਕਰ ਦਿਆਂ, ਜਿੱਦਾਂ ਤੁਸੀਂ ਕਿਹਾ ਵੀ ਤੁਸੀਂ ਅਕਾਲੀ ਦਲ ਦੇ ਵਿੱਚ ਸੀ ਨਹੀਂ, ਅਜੇ ਤੱਕ ਅਕਾਲੀ ਦਲ ਦੇ ਵਿੱਚ ਆ, ਅਸਾਂ ਅਕਾਲੀ ਦਲ ਛੱਡਿਆ ਨਹੀਂ। ਸਾਡਾ ਰੋਸ ਇਹ ਆ ਕਿ ਜਿਨ੍ਹਾਂ ਨੇ ਅਕਾਲੀ ਦਲ ਛੱਡ ਕੇ ਭਖੇ ਮੈਦਾਨ ਦੇ ਵਿੱਚ ਆਪਣੇ ਪਾਰਟੀ ਦੇ ਵਰਕਰਾਂ ਨੂੰ ਪਿੱਠ ਦਿੱਤੀ ਹੈ, ਮੁੜ ਤੋਂ ਉਸ ਅਗਵਾਈ ਦੇ ਵਿੱਚ ਚੱਲਣ ਨੂੰ ਸਾਡਾ ਮਨ ਨਹੀਂ ਮੰਨਦਾ। ਜਿਹੜੇ ਬੰਦੇ ਇਸ ਵੇਲੇ ਪਾਰਟੀ ਦੀ ਅਗਵਾਈ ਕਰ ਰਹੇ ਜਾਂ ਪਾਰਟੀ ਦੀ ਜਿਨ੍ਹਾਂ ਨੂੰ ਅਹੁਦੇਦਾਰੀਆਂ ਦਿੱਤੀਆਂ ਜਾ ਰਹੀਆਂ, ਮੇਰੇ ਸਾਰੇ ਹੀ ਛੋਟੇ ਭਰਾ ਨੇ। ਬਟ ਸਿੰਸੈਰਿਟੀ ਦੀ ਆਪਣੀ ਇੱਕ ਜਗ੍ਹਾ ਹੁੰਦੀ ਹੈ। ਨਾ ਤਾਂ ਅੱਜ ਤੱਕ ਅਸਾਂ ਕਾਂਗਰਸ ਦੀ ਕੋਈ ਮਦਦ ਕੀਤੀ ਹੈ, ਬਲਕਿ ਇਹ ਕਿੰਤੂ ਪਰੰਤੂ ਉਹਨਾਂ ਦੇ ਕਰੋ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਕਾਂਗਰਸ। ਉਹਨਾਂ ਨੇ 2019 ਦੀ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਕਾਂਗਰਸ ਨੂੰ ਸ਼ਰੇਆਮ ਵੋਟਾਂ ਪਾਈਆਂ ਨੇ। ਜਿਨ੍ਹਾਂ ਨੇ ਵੋਟਾਂ ਪਾ ਕੇ ਕਾਂਗਰਸ ਦੀ ਸਰਕਾਰ ਨੂੰ ਜਿਤਾਉਣ ਵਿੱਚ ਪਾਰਲੀਮੈਂਟ ਸੀਟਾਂ ਮਦਦ ਕੀਤੀ ਆ, ਕਾਂਗਰਸ ਦੇ ਮਦਦਗਾਰ ਹੋਰ ਨੇ ਕਿ ਅਸੀਂ ਹਾਂ। ਸਾਡੀ ਤਾਂ ਅਸੂਲ ਦੀ ਗੱਲ ਹੈ, ਅਸੀਂ ਤਾਂ ਜਿੰਨਾ ਕੰਮ ਕੀਤਾ ਅਸੂਲ ਤਹਿਤ ਕੀਤਾ। ਪਾਰਟੀ ਮੈਂ ਇਹ ਨਹੀਂ ਆਂਦਾ ਵੀ ਪਾਰਟੀ ਦੇ ਆਗੂ ਸਾਰੇ ਜਾਂ ਪਾਰਟੀ ਹੱਲ 'ਤੇ ਨਹਾਤੀ ਹੈ ਜਾਂ ਅਸੀਂ ਬੜੇ ਹੱਲ 'ਤੇ ਨਹਾਤੇ ਹਾਂ। ਕਮੀਆਂ ਪੇਸ਼ੀਆਂ ਹਰ ਸਿਸਟਮ 'ਚ ਹੁੰਦੀਆਂ ਹੈਗੀਆਂ ਨੇ। ਲੈ ਕੇ ਦੋਨਾਂ ਚੀਜ਼ਾਂ ਨੂੰ, ਕਮੀਆਂ ਨੂੰ ਔਰ ਖੂਬੀਆਂ ਨੂੰ ਇਕੱਠਿਆਂ ਲੈ ਕੇ ਚੱਲਿਆ ਜਾਂਦਾ। ਲੇਕਿਨ ਇੱਕ ਚੀਜ਼ ਪੱਕੀ ਆ, ਮੈਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਆ ਵੀ ਵੇਖੋ ਜਦੋਂ ਇੱਕ ਵਾਰੀ ਸ਼ੀਸ਼ਾ ਟੁੱਟ ਜੇ ਨਾ, ਉਹਦੇ ਵਿੱਚ ਕਈ ਚਿਹਰੇ ਨਜ਼ਰ ਆਉਂਦੇ ਨੇ। ਇਸ ਕਰਕੇ ਜਦੋਂ ਇਹ ਪ੍ਰੇਮ ਦਾ ਸ਼ੀਸ਼ਾ ਟੁੱਟ ਗਿਆ ਤੇ ਉਹਦੇ 'ਚ ਕਈ ਸ਼ੀਸ਼ੇ ਨਜ਼ਰ ਆਉਂਦੇ ਨੇ। ਇਹ ਕੋਈ ਸੱਤਾ ਦੀ ਜਾਂ ਕੋਈ ਸਿਆਣਪ ਦੀ ਕਿਸੇ ਨੇ ਕੋਈ ਪੇਟੈਂਟ ਨਹੀਂ ਕਰਾਈ ਬਈ ਜੇ ਇਹ ਮੈਂ ਮਰ ਗਿਆ ਤੇ ਮੇਰੇ ਮਗਰੋਂ ਹੁਣ ਮੈਂ ਪ੍ਰਧਾਨ ਨਹੀਂ ਹੈਗਾ ਤੇ ਕੀ ਅਜਨਾਲਾ ਚੱਲਣੋਂ ਬੰਦ ਹੋ ਗਿਆ। ਇਹ ਚੱਲਦਾ ਰਿਹਾ। ਅਜੇ ਤੇ ਉਹ ਕਹਿ ਰਿਹਾ ਕਿ ਤੁਹਾਡੇ ਕਾਰਨ ਚੱਲ ਨਹੀਂ ਰਿਹਾ। ਇਹ ਸਾਰੀ ਦੁਨੀਆ ਨਹੀਂ, ਮੇਰਾ ਤਾਂ ਉਹਦੇ 'ਚ ਰੋਲ ਹੀ ਕੋਈ ਨਹੀਂ। ਵੇਖੋ ਮੈਨੂੰ ਤਾਂ ਤੁਸੀਂ ਪਾਰਟੀ ਪ੍ਰਧਾਨ ਦੀ ਪਾਰਟੀ ਦੀ ਗੱਲ ਕੀਤੀ ਸ਼੍ਰੋਮਣੀ ਅਕਾਲੀ ਦਲ ਦੀ, ਕਿ ਅਸੀਂ ਅਜੇ ਵੀ ਸ਼੍ਰੋਮਣੀ ਅਕਾਲੀ ਦਲ 'ਚ। ਬਿਲਕੁਲ, ਪਾਰਟੀ ਇੱਕ ਹੈ ਸ਼੍ਰੋਮਣੀ ਅਕਾਲੀ ਦਲ, ਉਹਦਾ ਪ੍ਰਧਾਨ ਹੈ ਵੇਲੇ ਸੁਖਬੀਰ ਬਾਦਲ ਹੈ। ਬਿਲਕੁਲ, ਹਾਈ ਕਮਾਂਡ ਆ, ਉੱਥੋਂ ਸਾਰਾ ਕੁਝ ਚੱਲ ਰਿਹਾ। ਤੁਸੀਂ ਅੰਡਰਸਟੂਡ ਹੀ ਹੁੰਦਾ ਵੱਖਰੀ ਵੀ ਕਾਰਵਾਈ ਕਰ ਰਹੇ ਹੋ, ਨਾ ਪਾਰਟੀ ਦੇ ਨਾਲ ਰਹਿ ਕੇ ਕਰ ਰਹੇ ਹੋ, ਨਾ ਦੂਜੀ ਪਾਰਟੀ ਨਾਲ ਜਾ ਕਰ ਰਹੇ ਹੋ। ਤੇ ਨੁਕਸਾਨ ਤੇ ਫਿਰ ਜਦੋਂ ਆਪਣੇ ਘਰੋਂ ਕੋਈ ਨਿਕਲਦਾ ਤੇ ਜਦੋਂ ਉਹ ਕੋਈ ਬਾਹਰ ਜਾ ਕੇ ਅਜਿਹੀ ਕਾਰਵਾਈ ਕਰਦਾ, ਨੁਕਸਾਨ ਤੇ ਆਪਣੇ ਪਰਿਵਾਰ ਨੂੰ। ਇਹ ਤੇ ਜੋ ਬੀਜੀ ਉਹ ਵੱਢਣਾ ਪੈਂਦਾ ਹੈ। ਪਿਛਲੇ ਸਮੇਂ 'ਚ ਜਿਨ੍ਹਾਂ ਬੀਜਿਆ ਉਹਨਾਂ ਨੇ ਵੱਢਿਆ ਨਹੀਂ। ਜੋ ਪਿਛਲੇ ਸਮੇਂ 'ਚ ਬੀਜਿਆ ਉਹ ਵੱਢਣਾ ਹੀ ਪੈਣਾ ਨਾ। ਜਦੋਂ 2019 ਦੇ ਵਿੱਚ ਕਾਂਗਰਸ ਨੂੰ ਵੋਟਾਂ ਪਾਈਆਂ ਨੇ
ਤੇ ਪਵਾਈਆਂ ਨੇ। ਅੱਜ ਕਿਹੜੇ ਮੂੰਹ ਨਾਲ ਆਪਣੇ ਆਪ ਨੂੰ ਅਕਾਲੀ ਕੁਹਾਰੇ? ਤੇ ਜਦੋਂ ਪਾਰਟੀ ਨੇ ਮੋਹਰ ਲਾਤੀ, ਨਹੀਂ ਪਾਰਟੀ ਨੇ ਮੋਹਰ ਲਾਤੀ, ਫਿਰ ਪਾਰਟੀ ਲੀਡਰਸ਼ਿਪ ਅੱਜ ਹੀ ਬਿਆਨ ਦੇਣ ਡਈ ਆ ਵੀ ਆ ਜਿਹੜਾ ਨਵਜੋਤ ਸਿੱਧੂ ਆਏ ਜੀ ਸੋਨੀਆ ਗਾਂਧੀ ਨੂੰ ਅਪਸ਼ਬਦ ਵਰਤਦਾ ਰਿਹਾ ਤੇ ਆਹ ਕਰਦਾ ਰਿਹਾ ਤੇ ਅੱਜ ਇਹਨਾਂ ਨੇ ਉਹਨੂੰ ਪ੍ਰਧਾਨ ਬਣਾਤਾ। ਅਸਲ 'ਚ ਤੇ ਗੱਲ ਇਹ ਆ ਵੀ ਸਿਆਸੀ ਲੋਕਾਂ ਨੂੰ ਇਹਨਾਂ ਚੀਜ਼ਾਂ ਨਾਲ ਕੋਈ ਮਤਲਬ ਨਹੀਂ ਹੁੰਦਾ, ਉਹਨਾਂ ਨੂੰ ਕੁਰਸੀ ਹਾਸਲ ਹੋਣੀ ਚਾਹੀਦੀ ਆ। ਅਸੀਂ ਸਿਆਸਤ 'ਚ ਆਪਣੇ ਆਪ ਨੂੰ ਅਨਫਿਟ ਸਮਝਦੇ ਇਸੇ ਕਰਕੇ ਕਿ ਉਹ ਨਿਜਤਾ ਦੀ ਲੜਾਈ ਵੀ ਕਰਕੇ ਸਾਡੇ ਕੋਲ ਇਦਾਂ ਦੀ ਗੱਲ ਕੀਤੀ ਨਹੀਂ ਜਾਂਦੀ। ਅਸੀਂ ਕਿਸੇ ਦੇ ਖਿਲਾਫ ਮਾੜਾ ਬੋਲਦੇ ਨਹੀਂ, ਲੇਕਿਨ ਬਿਲਕੁਲ ਗਲਤ ਗੱਲ ਨੂੰ ਅਸੀਂ ਟੋਲਰੇਟ ਨਹੀਂ ਕਰ ਸਕਦੇ। ਸਾਡੇ ਢਿੱਡ 'ਚ ਨਹੀਂ ਹਜਮੂਤੀ ਕੰਮ ਨੇ ਬੜੇ, ਅਸੀਂ ਸਾਡੀ ਕਿਸੇ ਨਾਲ ਜਿਹਦੀ ਨਹੀਂ। ਸਾਡਾ ਤੇ ਆਪਣਾ ਮਾਨਿਆ ਵੀ ਸਾਡਾ ਮਾਨੀ। ਮੈਂ ਤਾਂ ਦੂਜੀ ਗੱਲ ਰਹੀ, ਤੁਸੀਂ ਇਹ ਗੱਲ ਕਹੀ ਵੀ ਵਿਧਾਇਕ ਸਾਹਿਬ ਇਹ ਅਸੀਂ ਸਮਝਦੇ ਆ ਵੀ ਇਹ ਗਰੁੱਪ ਮੇਰੇ ਨਾਲ ਹੈਗਾ। ਸਾਡੀ ਕਿਸੇ ਨਾਲ ਕੋਈ ਐਡਜਸਟਮੈਂਟ ਨਹੀਂ, ਨਾ ਕੋਈ ਸਾਡੀ ਕਿਸੇ ਦੇ ਨਾਲ ਸੈਟਿੰਗ ਮੇਰੀ। ਮੈਂ ਤੁਹਾਡੇ ਔਨ ਕੈਮਰੇ ਦੇ ਉੱਤੇ ਔਨ ਰਿਕਾਰਡ ਇਹ ਗੱਲ ਕਹਿ ਸਕਦਾ ਕਿ ਜਦੋਂ ਸਾਡੀ ਕਮੇਟੀ ਦੀ ਇਲੈਕਸ਼ਨ ਸੀ ਉਦੋਂ ਐਮਐਲਏ ਸਾਹਿਬ ਨਾਲ ਗੱਲ ਹੋਈ ਆ ਵੀ ਉਦੋਂ ਜਦੋਂ ਸਾਡੀ ਪਾਰਟੀ ਨੇ ਸਾਡੇ ਗਰੁੱਪ ਨੂੰ ਟਿਕਟਾਂ ਨਹੀਂ ਦਿੱਤੀਆਂ, ਗਰੁੱਪ ਨੂੰ ਕੀ ਮੈਨੂੰ ਤਾਂ ਟਿਕਟ ਦਿੰਦੇ ਸੀ। 2 ਸਾਥੀ ਸੀਗੇ ਜਿਨ੍ਹਾਂ ਦੇ ਬਾਰੇ ਮੈਂ ਮੰਗ ਕੀਤੀ ਸੀ ਵੀ ਇਹਨਾਂ ਨੂੰ ਵੀ ਦਿਓ, ਪਾਰਟੀ 'ਚ ਡਿਸਪਿਊਟ ਨਾ ਰਵੇ। ਜਦੋਂ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਔਰ ਮੈਨੂੰ ਸੱਤਾਧਾਰੀ ਦਲ ਵੱਲੋਂ ਇਹ ਆਫਰ ਆਈ ਬਈ ਤੁਸੀਂ ਟਿਕਟ ਸਾਡੇ ਕੋਲ ਲੜ ਲਓ, ਮੇਰਾ ਜਵਾਬ ਇਹ ਸੀ ਕਿ ਟਿਕਟ ਲੜਨਾ ਮੇਰੇ ਵਾਸਤੇ ਕੋਈ ਬਹੁਤਾ ਅਹਿਮ ਨਹੀਂ ਗਾ। ਮੈਨੂੰ ਟਿਕਟ ਨਹੀਂ ਚਾਹੀਦੀ, ਮੈਨੂੰ ਟਿਕਟ ਤਾਂ ਬੋਨੀ ਜੀ ਵੀ ਦੇ ਦਿਓ। ਮੇਰੇ ਸਾਥੀ ਜਿਹੜੇ ਨੇ ਉਹ ਵੀ ਮੇਰੇ ਕੋਈ ਇਹ ਨਹੀਂ ਹੈ ਵੀ ਮੇਰੇ ਕੋਈ ਬੜੇ ਲੰਗੋਟੀਏ ਨੇ, ਪਾਰਟੀ ਦੇ ਸਾਥੀ ਨੇ, ਪਾਰਟੀ ਦੇ ਸਾਥੀ ਨੇ। ਔਰ ਮੈਂ ਉਹਨਾਂ ਦੀ ਡਿਮਾਂਡ ਰੱਖੀ ਸੀ, ਮੈਂ ਇਹ ਵੀ ਗੱਲ ਕਹੀ ਸੀ ਵੀ ਜੇ ਉਹਨਾਂ 'ਚੋਂ ਕਿਸੇ ਨੇ ਕੋਈ ਗਲਤੀ ਕੀਤੀ ਆ ਮੈਂ ਉਹਦੀ ਮਾਫੀ ਮੰਗਣ ਨੂੰ ਵੀ ਤਿਆਰ। ਪਰ ਲੀਡਰਸ਼ਿਪ ਨੂੰ ਸ਼ਾਇਦ ਉਸ ਗੱਲ ਦੇ ਉੱਤੇ ਕੋਈ ਭਰੋਸਾ ਨਹੀਂ ਹੋਇਆ। ਉਹਨਾਂ ਦੇ ਦਿਮਾਗ 'ਚ ਇਹ ਗੱਲ ਸੀ ਵੀ ਇਹ ਧੜਾ ਬਣਾਉਂਦਾ, ਇਹ ਕਰਦਾ, ਉਹ ਕਰਦਾ, ਧੜਾ ਬਣਾ ਕੇ ਕਿੱਥੇ ਚਲੇ ਜਾਣਾ, ਰਹਿਣਾ ਤੇ ਇੱਥੇ। ਉਦੋਂ ਮੇਰੀ ਗੱਲ ਜਿਹੜੀ ਆ ਮੌਜੂਦਾ ਵਿਧਾਇਕ ਸਰਦਾਰ ਪ੍ਰਤਾਪ ਸਿੰਘ ਅਜਨਾਲਾ ਦੇ ਨਾਲ ਹੋਈ ਆ, ਜਦੋਂ ਮੈਨੂੰ ਉਹਨਾਂ ਆਫਰ ਕੀਤੀ ਵੀ ਤੁਸੀਂ ਸਾਡੀ ਟਿਕਟ ਲੈ ਲਓ। ਜਦੋਂ ਮੈਂ ਕਿਹਾ ਵੀ ਮੈਂ ਨਹੀਂ, ਮੈਂ ਤਾਂ ਆਪਣੇ ਸਾਥੀਆਂ ਦੀ ਲੜਾਈ ਲੜ ਰਿਹਾ, ਉਸ ਤੋਂ ਬਾਅਦ ਮੈਨੂੰ ਆਇਆ ਵੀ 2 ਟਿਕਟਾਂ ਲੈ ਲਓ, ਬਾਕੀ ਬੰਦੇ ਤੁਹਾਡੇ ਨੂੰ ਪਾਰਟੀ 'ਚ ਐਡਜਸਟ ਕਰ ਦਾਂਗੇ। ਜਿਸ ਪਾਰਟੀ ਨੂੰ ਮਤਲਬ ਇਹ ਹੈ ਕਿ ਮੈਂ ਜਿਹਦੇ ਵਿਰੋਧ ਦੇ ਵਿੱਚ 35 ਸਾਲ ਤੱਕ ਕੰਮ ਕੀਤਾ ਹੋਵੇ, ਮੈਂ ਇੱਕ ਕੁਰਸੀ ਦੀ ਖਾਤਰ ਸਮਝੌਤੇ ਕਰ ਲਵਾਂ, ਮਤਲਬ ਉਹ ਚੀਜ਼ ਛੱਡਦੇ ਆ ਸਾਰੀ। ਵਿਅਕਤੀਗਤ ਤੌਰ 'ਤੇ ਤੁਹਾਡੇ ਮੇਰੇ ਸੰਬੰਧ ਚੰਗੇ ਵੀ ਹੋ ਸਕਦੇ ਆ, ਮਾੜੇ ਵੀ ਹੋ ਸਕਦੇ ਆ, ਲੇਕਿਨ ਜਿਹੜੀ ਨੀਤੀ ਆ, ਪਾਲਿਸੀ ਪ੍ਰੋਗਰਾਮ ਆ, ਉਹਦੇ ਤਹਿਤ ਮੈਂ ਕਾਂਗਰਸ ਦੇ ਵਿੱਚ ਫਿੱਟ ਨਹੀਂ ਹੋ ਸਕਦਾ। ਜਿਸ ਕਰਕੇ ਮੈਂ ਇਹੋ ਜਿਹੀ ਗਲਤੀ ਕਰਦਾ ਨਹੀਂ। ਇਹ ਅਕਾਲੀ ਦਲ 'ਚ ਨਹੀਂ ਆਪਾਂ ਫਿੱਟ ਹੋ ਸਕਦੇ, ਕਿਉਂਕਿ ਮਜੀਠੀਆ ਸਾਹਿਬ ਦੀ ਜੇ ਗੱਲ ਕਰ ਲਈਏ ਤੁਸੀਂ ਇਸ਼ਾਰਾ ਕੀਤਾ, ਅਕਾਲੀ ਦਲ 'ਚ ਤਾਂ ਹੀ ਫਿੱਟ ਰਹੇ ਆ। ਨਹੀਂ ਹੁਣ ਦੀ ਗੱਲ, ਹੁਣ ਦੀ ਜਿਹੜੀ ਲੇਟੈਸਟ ਹੈ, ਤੁਸੀਂ ਇਸ਼ਾਰਾ ਕੀਤਾ ਮਜੀਠੀਆ ਸਾਹਿਬ ਵੱਲ ਕਿ ਬੜਾ ਕੁਝ ਹੋਇਆ ਅਜਨਾਲਾ ਹਲਕੇ ਦੀ ਸਿਆਸਤ ਨੂੰ ਲੈ ਕੇ, ਗੱਲਾਂ ਵੀ ਹੱਦ ਤੋਂ ਪਾਰ ਦੀਆਂ ਹੋਈਆਂ ਜਿਹੜੀਆਂ ਨਹੀਂ ਵੀ ਸੁਣੀਆਂ ਜਾ ਸਕਦੀਆਂ, ਫਿਰ ਸਿਰ ਜੁੜ ਗਏ। ਤੇ ਫਿਰ ਤੁਸੀਂ ਕਿਹੜੀ ਨਾਰਾਜ਼ਗੀ? ਇਹ ਸਿਰ ਜੁੜੇ ਨੇ ਜਾਂ ਜੁੜੇ ਵਿਖਾਏ ਨੇ ਤੇ ਸਮਾਂ ਹੀ ਦੱਸੂਗਾ। ਮੈਂ ਤਾਂ ਇਹ ਗੱਲ ਸਮਝਣਾ ਵੀ ਕਿਉਂਕਿ ਵੇਖੋ ਕਿਸੇ ਦੇ ਮਨ ਦੇ ਵਿੱਚ ਜਦੋਂ ਇੱਕ ਵਾਰੀ ਮਨ ਮੁਟਾਵ ਆ ਜਾਂਦੇ ਨੇ ਉਹ ਨਿਕਲਦੇ ਨਹੀਂ। ਐਕਟਿੰਗ ਲੋਕਾਂ ਸਾਹਮਣੇ ਜਿੰਨੀ ਮਰਜ਼ੀ ਕਰੀ ਜਾਈਏ, ਮੈਂ ਵੀ ਕਰ ਸਕਦਾ, ਤੁਸੀਂ ਵੀ ਕਰ ਸਕਦੇ ਹੋ, ਆਪਣਾ ਸੁਭਾਅ ਨਹੀਂ ਹੈਗਾ ਐਕਟਿੰਗ ਕਰਨ ਦਾ। ਅਸੀਂ ਤਾਂ ਜੇ ਕਿਸੇ ਦੇ ਨਾਲ ਖਲੋਵਾਂਗੇ ਤੇ ਉਹਦੇ ਨਾਲ ਖਲੋਤੇ ਆ, ਜੇ ਕਿਸੇ ਦੇ ਨਾਲ ਨਹੀਂ ਖਲੋਤੇ ਤੇ ਲੋਕਲਕਾ ਕਦੀ ਕੀਤਾ ਨਹੀਂ, ਚਮਚਾਗਰੀ ਕਦੀ ਕੀਤੀ ਨਹੀਂ, ਪਖੰਡ ਕਦੀ ਕੀਤੇ ਨਹੀਂ। ਹੁਣ ਫਿਰ ਸਪਸ਼ਟ ਕਰ ਦਈਏ ਕਿ ਤੁਸੀਂ ਜਿਹੜਾ ਬਾਗੀ ਧੜਾ ਹੈ ਸਾਰਾ, ਹਾਂਜੀ, ਇਹ ਕੀ ਰਣਨੀਤੀ ਅਗਲੀ ਹੋਏਗੀ? ਕੋਈ ਆਪਣਾ ਉਮੀਦਵਾਰ ਖੜਾ ਕਰਾਂਗੇ ਆਪਾਂ ਜਾਂ ਕਿਸੇ ਹੋਰ ਉਮੀਦਵਾਰ ਦੀ ਸਪੋਰਟ ਕਰਾਂਗੇ? ਕਿਉਂਕਿ ਅਕਾਲੀ ਦਲ ਨਾਲ ਆਪਾਂ ਕਹਿ ਕੇ ਜਾਣਾ ਨਹੀਂ, ਅਸੀਂ ਸਪੋਰਟ ਕਰਨੀ ਨਹੀਂ, ਸਾਡੀ ਆਪਣੀ ਹੋਣ ਦੀ ਲੜਾਈ ਹੈ। ਫਿਰ ਕੀ ਹੈ, ਮਤਲਬ ਕਿ ਕੀ ਸਮਝਿਆ ਜਾਵੇ? ਸਮਾਂ ਬੜਾ ਸਮਰੱਥ ਆ, ਸਮੇਂ ਦੇ ਉੱਤੇ ਜਾ ਕੇ ਪਤਾ ਲੱਗੂ। ਹੁਣ ਜੇ ਨੀਤੀਆਂ ਪਹਿਲਾਂ ਹੀ ਇਹੋ ਜਿਹੀਆਂ ਕੋਈ ਵੀ ਅਸੀਂ ਕੀ ਕਰਾਂਗੇ ਕੀ ਨਹੀਂ ਕਰ ਸਕਦਾ, ਅਸੀਂ ਕਰਨ ਜੋਗੇ ਕੀ ਆ, ਇਹ ਤਾਂ ਸਭ ਕੁਝ ਮਾਲਕ ਨੇ ਕਰਨਾ। ਵੇਖੋ ਤੁਸੀਂ ਮੇਰੀ ਗੱਲ ਸੁਣੋ, ਤੁਸੀਂ ਮੇਰੀ ਗੱਲ ਵਿਸ਼ਵਾਸ ਪ੍ਰਧਾਨ ਜੀ ਵਿਸ਼ਵਾਸ ਰੱਖਦੇ ਨਾਲ ਜੁੜੇ ਹੁੰਦੇ ਆ, ਜਿਹਨਾਂ ਨੂੰ ਲੀਡਰ ਪਿਆਰਾ ਲੱਗਦਾ ਹੁੰਦਾ ਉਹਨਾਂ ਨੂੰ ਦੱਸਣਾ ਤਾਂ ਬਣਦਾ। ਗੱਲ ਆ ਵੀ ਉਹਦੇ ਲੀਡਰਾਂ ਦੀ ਗੱਲ ਹੁੰਦੀ ਹੈ ਨਾ, ਅਸੀਂ ਤਾਂ ਵਰਕਰ ਹਾਂ, ਅਸੀਂ ਤਾਂ ਸਾਨੂੰ ਤਾਂ ਕਦੀ ਨਾਲ ਨਹੀਂ ਹੋ ਸਕਦਾ। ਮੇਰਾ ਮਨ, ਮੈਂ ਵੀ ਇੱਥੋਂ ਦੀ ਅਜਨਾਲੇ ਦਾ ਵੋਟਰ ਆ, ਅਜਨਾਲੇ ਦੀ ਸਿਆਸਤ ਨਾਲ ਜੁੜਿਆ, ਮੇਰਾ ਮਨ ਕਰ ਆਵੇ ਕਿ ਪ੍ਰਧਾਨ ਸਾਹਿਬ ਹੋਣਾ ਕੋਈ ਚੰਗਾ ਲੀਡਰ ਹੈਗਾ, ਇਹਨਾਂ ਦੀ ਚੰਗੀ ਸੋਚ ਆ ਤੇ ਇਹਨਾਂ ਨਾਲ ਜੁੜਿਆ ਜਾਵੇ। ਹੁਣ ਨਾ ਆਪਣੇ ਕੋਲ ਕੋਈ ਲੀਡਰ ਆ, ਨਾ ਆਪਣੀ ਕੋਈ ਰਣਨੀਤੀ ਆ, ਤੇ ਮੇਰੇ ਵਰਗੇ ਬੰਦੇ ਵੀ ਕਿਵੇਂ ਜੁੜਨ? ਫਿਰ ਗੱਲ ਆ ਵੀ ਜੇ ਤੇ ਲੀਡਰ ਕਰਕੇ ਜੁੜੀਏ ਤੇ ਫਿਰ ਅਸੀਂ ਜੁੜ ਗਏ ਚਿਹਰੇ ਨਾਲ। ਪੰਜਾਬ ਮਰਿਆ ਹੀ ਤਾਂ ਆ ਕਿ ਅਸੀਂ ਚਿਹਰੇ ਦੀ ਰਾਜਨੀਤੀ 'ਚ ਪੈ ਗਏ। ਨਹੀਂ ਹੁਣ ਤਾਂ ਮੈਂ ਚਿਹਰਿਆਂ ਤੋਂ ਵੀ ਅੱਗੇ ਚਲੇ ਗਿਆ। ਚਿਹਰਾ ਕਿਸੇ ਵੇਲੇ ਵੀ ਧੋਖਾ ਦੇ ਸਕਦਾ ਹੈ, ਚਰਿੱਤਰ ਨਾਲ ਜੁੜਨਾ ਚਾਹੀਦਾ। ਇੱਕ ਚਰਿੱਤਰ ਦੇ ਨਾਲ ਜੁੜਨਾ ਚਾਹੀਦਾ। ਇੱਕ ਵਿਧਾਇਕ ਨੂੰ ਆਪਣੇ ਐਮਐਲਏਸ਼ਿਪ ਦੇ ਕੀ ਫਰਜ਼ ਬਣਦੇ ਨੇ ਉਹ ਪੂਰੇ ਕਰਨੇ ਚਾਹੀਦੇ ਨੇ। ਇੱਕ ਪਾਰਟੀ ਆਗੂ ਨੂੰ ਆਪਣੇ ਪਾਰਟੀ ਦੇ ਸਾਥੀਆਂ ਦੇ, ਆਪਣੇ ਸਬੋਰਡੀਨੇਟਸ ਦੇ ਪ੍ਰਤੀ ਕੀ ਫਰਜ਼ ਨੇ ਉਹ ਪੂਰੇ ਕਰਨੇ ਚਾਹੀਦੇ ਨੇ। ਪਰਿਪੂਰਨ ਕੋਈ ਨਹੀਂ ਹੁੰਦਾ, ਥੋੜ੍ਹੀਆਂ ਬਹੁਤੀਆਂ ਕਮੀਆਂ ਪੇਸ਼ੀਆਂ ਕਿਤੇ ਨਾ ਕਿਤੇ ਵੀ ਰਹਿ ਜਾਂਦੀਆਂ ਨੇ। ਪਰ ਹੁਣ ਕਿਰਦਾਰ ਤੋਂ ਗੱਲ, ਚਰਿੱਤਰ ਤੋਂ ਗੱਲ ਚਿਹਰੇ 'ਤੇ ਆਈ। ਹੁਣ ਤਾਂ ਚਿਹਰੇ ਦੀ ਵੀ ਗੱਲ ਨਹੀਂ ਰਹਿ ਗਈ, ਚਿਹਰੇ ਤੋਂ ਵੀ ਥੱਲੇ ਕਰਕੇ ਹੁਣ ਆ ਗਈ ਹੈ ਚਾਪਲੂਸੀ ਦੀ ਗੱਲ।
ਤੇ ਚਾਪਲੂਸੀ ਦੇ ਵਿੱਚ ਕਦੇ ਵੀ ਕੋਈ ਸੁਧਾਰਵਾਦੀ ਕੰਮ ਨਹੀਂ ਕੀਤਾ ਜਾ ਸਕਦਾ ਜਾਂ ਉਸਾਰੂ ਲੀਡਰਸ਼ਿਪ ਉੱਭਰ ਨਹੀਂ ਸਕਦੀ। ਬਾਕੀ ਸਮੇਂ ਦੇ ਨਾਲ ਸਭ ਕੁਝ ਹੋ ਜਾਂਦਾ ਹੈ। ਪਿਛਲੀ ਵਾਰੀ ਜਿਹੜੇ 20 MLA ਆਮ ਆਦਮੀ ਪਾਰਟੀ ਦੇ ਜਿੱਤ ਕੇ ਆਏ ਆ, ਉਹਨਾਂ 'ਚ 2 4 5 ਤੋਂ ਇਲਾਵਾ ਬਾਕੀ ਕੋਈ ਸਿਆਸਤ ਨਾਲ ਵਾਹ ਵਾਸਤਾ ਰੱਖਣ ਵਾਲੇ ਬੰਦੇ ਥੋੜ੍ਹਾ ਹੈਗੇ। ਕਈ ਬੰਦੇ ਉੱਥੇ ਯੂਨੀਅਨਾਂ ਦੇ ਵਿੱਚ ਕੰਮ ਕਰਦੇ ਸੀ, ਕਈਆਂ ਨੇ ਕੁਝ ਵੀ ਨਹੀਂ ਕੀਤਾ ਤੇ ਉਹ ਆ ਗਏ। ਵੱਖਰੀ ਗੱਲ ਹੈ ਵੀ ਉਹ ਅੱਜ 20 ਦੇ 20 ਵੀ ਇਕੱਠੇ ਨਹੀਂ ਰਹਿ ਸਕੇ ਜਾਂ ਉਹਨਾਂ 20 ਦੀ ਕਾਰਗੁਜ਼ਾਰੀ ਕੀ ਆ, ਇਹ ਤਾਂ ਲੋਕ ਮੁਲਾਂਕਣ ਕਰਨਗੇ ਉਹਨਾਂ ਦੇ ਹਲਕੇ ਦੇ, ਜਾਂ ਪੰਜਾਬ ਮੁਲਾਂਕਣ ਕਰੇਗਾ ਉਹਨਾਂ ਦੇ ਹਲਕੇ ਦਾ, ਸਾਰਿਆਂ ਦਾ ਜੋ ਕੁਝ ਵੀ ਉਹਨਾਂ ਨੇ ਕੀਤਾ। ਪਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਵੀ ਲੋਕਾਂ ਦੇ ਜੁੜਨ ਦੀ, ਅਸੀਂ ਤਾਂ ਆਪਣੀ ਗੱਲ ਕਰ ਰਹੇ ਹਾਂ। ਗੱਲ ਸਾਡੀ ਸਿਰਫ ਇੱਕ ਹੈ ਬਈ ਨੱਕ ਦੀ ਸਿੱਧੇ ਚੱਲਣਾ, ਸਿੱਧੇ ਚੱਲਣਾ, ਅਸੂਲ ਤੇ ਸਮਝੌਤਾ ਨਹੀਂ ਕਰਨਾ, ਅਸੂਲ ਤੇ ਸਮਝੌਤਾ ਨਹੀਂ ਕਰਨਾ। ਇਸ ਕਰਕੇ ਅਸੂਲ ਪ੍ਰਸਤੀ ਦੀ ਲੜਾਈ ਹੈ, ਸਾਡੇ ਕੋਲ ਥੁੱਕ ਕੇ ਨਹੀਂ ਚੱਟਿਆ ਜਾਂਦਾ। ਪ੍ਰਧਾਨ ਜੀ ਇਹ ਗੱਲ ਤੇ ਮੰਨਦੇ ਹੋ ਨਾ ਕਿ ਪੰਜਾਬ ਦੀ ਜੇ ਸਿਆਸਤ ਦੀ ਗੱਲ ਕਰੀਏ, ਆਪਾਂ ਪਿਛਲੇ ਸਮਾਂ ਵੀ ਪੜ੍ਹਦੇ ਹਾਂ ਦੇਸ਼ ਆਜ਼ਾਦ ਹੋਣ ਤੋਂ ਲੈ ਕੇ ਹੁਣ ਤੱਕ, ਕਿ ਜੇ ਲੋਕ ਜਿਹੜੇ ਆ ਨਾ ਪੰਜਾਬ ਦੇ ਲੋਕ ਲਹਿਰਾਂ ਨਾਲ ਜੁੜਦੇ ਰਹੇ ਨੇ। ਜੇ ਪਹਿਲਾਂ ਲਹਿਰਾਂ ਅਕਾਲੀ ਦਲ ਨੇ ਚਲਾਈਆਂ ਸੀ, ਜੇ ਪੰਜਾਬੀ ਸੂਬਾ ਬਣਨ ਦੀ ਪਹਿਲਾਂ ਲਹਿਰ ਚੱਲੀ ਹੈ, ਤੋਂ ਹੀ ਪਹਿਲਾਂ ਦੀ ਗੱਲ ਕਰ ਲਈਏ, ਲੋਕਾਂ ਨੇ ਲਹਿਰ ਨਾਲ ਜੁੜ ਕੇ ਜਿਹੜਾ ਹੈ ਕਿ ਪੰਜਾਬ ਦੀ ਹੋਂਦ ਦੀ ਲੜਾਈ ਆ, ਪੰਜਾਬ ਦੇ ਲੋਕ ਮੁੱਦਿਆਂ ਦੀ, ਹੱਕਾਂ ਹਿੱਤਾਂ ਦੀ ਲੜਾਈ ਹੈ, ਤਾਂ ਪੰਜਾਬੀ ਸੂਬਾ ਵੀ ਬਣਵਾ ਲਿਆ ਜਿਵੇਂ ਦਾ ਵੀ ਮਿਲਿਆ। ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਹਿਬ ਨੇ ਵੀ ਲਹਿਰ ਚਲਾਈ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਵਿੱਚ ਚਲਾਈ। ਲੋਕ ਜੁੜਦੇ ਰਹੇ ਨੇ। ਲਹਿਰਾਂ ਜਿਹੜੀਆਂ ਨੇ ਇਹ ਇੱਕ ਪਾਰਟੀ ਦਾ ਚਿਹਰਾ ਮੁਰਾ ਜਿਹੜਾ ਹੈ ਉਹਨੂੰ ਉਭਾਰਦੀਆਂ ਰਹੀਆਂ ਨੇ ਤੇ ਲੋਕਾਂ ਦੀ ਬਹੁਮਤ ਵੀ ਹਾਸਲ ਕਰਦੀਆਂ ਰਹੀਆਂ ਨੇ। ਸੋ ਗੱਲ ਮੈਂ ਇਨਾੜੇ ਤੋਂ ਲੈ ਕੇ ਤਾਂ ਨਹੀਂ ਚਾਹੁੰਦਾ ਕਿ ਤੁਸੀਂ ਵੀ ਇੱਕ ਵੱਖਰਾ ਆਪਣਾ ਝੰਡਾ ਚੁੱਕਿਆ ਹੋਇਆ, ਤੁਸੀਂ ਕਿਹੜੀ ਲਹਿਰ ਇਸ ਵੇਲੇ ਸਥਾਪਿਤ ਕਰ ਰਹੇ ਹੋ, ਲੋਕ ਕਿਵੇਂ ਕਿਹੜੀ ਲਹਿਰ ਨਾਲ ਜੁੜਨ, ਕਿਵੇਂ ਵਿਸ਼ਵਾਸ ਪ੍ਰਗਟ ਕਰਨ। ਅਸੂਲ ਪ੍ਰਸਤੀ ਦੀ ਲਹਿਰ, ਜੇ ਹਾਂ ਨਹੀਂ, ਜੇ ਆਪਾਂ ਉਸ ਤਰ੍ਹਾਂ ਹੀ ਕਰਦੇ ਰਹੇ ਕਿ ਸਮਾਂ ਬਦਲ ਜਾਏਗਾ ਤੇ ਮਹੀਨੇ ਤੇ 2 3 ਰਹਿ ਗਏ ਨੇ। ਹੁਣ ਤੁਸੀਂ ਕੀ ਚਾਹੁੰਦੇ ਹੋ? ਮੈਂ ਇਹ ਚਾਹੁੰਦਾ ਕਿ ਅਜੇ ਤੱਕ ਦੀ ਜਿਹੜੀ ਤੁਹਾਡੀ ਹੁਣ ਦੀ ਮੂਵਮੈਂਟ ਹੋਣ ਦੀ ਕਾਰਵਾਈ ਹੈ ਨਾ, ਇਹ ਸਿੱਧੇ ਰੂਪ 'ਚ ਕਾਂਗਰਸ ਨੂੰ ਇਨਾਲਾ ਹਲਕੇ 'ਚ ਕੀ ਕਹੀਏ ਕਿ ਬਲ ਦੇ ਰਹੀ ਹੈ, ਉਹਨਾਂ ਨੂੰ ਸਪੋਰਟ ਕਰ ਰਹੀ ਹੈ। ਤੁਹਾਨੂੰ ਵੀ ਸਮਝ ਆਉਂਦੀ ਹੈ, ਮੰਨੋ ਜਾਂ ਨਾ ਮੰਨੋ, ਪਰ ਇਸ ਤਰ੍ਹਾਂ ਦੀ ਲਹਿਰ ਆਪਾਂ ਕਿਉਂ ਨਹੀਂ ਚਲਾਉਂਦੇ? ਕਾਂਗਰਸ ਦੇ ਲੋਕ ਟੁੱਟ ਕੇ ਵੀ ਇਹ ਕਹਿਣ ਵੀ ਆ ਇਹਨਾਂ ਨੇ ਜਿਹੜੀ ਸਮੇਂ ਦੀ ਅਕਾਲੀ ਲੀਡਰਸ਼ਿਪ ਸੀ ਉਹਨੂੰ ਨਕਾਰ ਕੇ ਸਾਡੇ ਹੱਕਾਂ ਲਈ, ਸਾਡੇ ਲੋਕਾਂ ਲਈ ਗੱਲ ਕੀਤੀ ਆ, ਤੇ ਯਾਰ ਕਾਂਗਰਸ ਨੂੰ ਵੀ ਨਹੀਂ ਚੁਣਨਾ, ਇਹਨਾਂ ਨਾਲ ਜੁੜੀਏ। ਥੋੜ੍ਹੇ ਦਿਨ ਖਲੋ ਜਾਓ, ਥੋੜ੍ਹਾ ਜਿਹਾ ਸਮਾਂ ਵੇਟ ਕਰ ਲਓ, ਸਾਰਾ ਕੁਝ ਹੋਊਗਾ। ਪਰ ਤੁਹਾਡੇ ਲੀਡਰਾਂ ਦੀਆਂ ਵੀ ਚਰਚਾ ਹੁੰਦੀਆਂ ਕਿ ਕੋਈ MLA ਹਰਪ੍ਰਤਾਪ ਸਿੰਘ ਨਾਲ ਨੂੰ ਚੁੱਪ ਕਰਕੇ ਮਿਲ ਆਇਆ, ਕਿਸੇ ਨੇ ਤੁਹਾਡੇ ਨਾਲ ਟੈਲੀਫੋਨ ਤੇ ਗੱਲ ਕਰ ਲਈ। ਚੁੱਪ ਕਰਕੇ ਮਿਲਣ ਦੇ ਨਾਲ ਜਿਹਨੇ ਮਿਲਣਾ ਸਰੇਆਮ ਮਿਲੂਗਾ, ਚੁੱਪ ਕਰਕੇ ਮਿਲਣ ਨੂੰ ਅਸੀਂ ਕਿਤੇ ਕੋਈ ਕਿਸੇ ਨਸ਼ੇ ਦੇ ਵਪਾਰੀ ਨਾ ਮਿਲਣਾ। ਜੇ ਹਲਕੇ ਦਾ ਆਗੂ ਆ, ਜੇ ਕਿਸੇ ਨੂੰ ਕੋਈ ਮਿਲ ਪਵੇ ਤਾਂ ਕੀ ਆਖਰ ਆ ਜੂਗੀ ਉਹਦੇ 'ਚ? ਨਹੀਂ, ਮੈਨੂੰ ਤਾਂ ਵੀ ਪਤਾ ਲੱਗਾ ਕਿ ਵਿਧਾਇਕ ਸਾਹਿਬ ਜਿਹੜੇ ਫਰਜ਼ੰਦ ਆ ਉਹ ਫੋਨ ਕਰਕੇ ਤੁਹਾਡੇ ਕੋਲ ਵੀ ਸਲਾਹ ਲੈਂਦੇ ਆ ਕਿ ਅੰਕਲ ਕਿਵੇਂ ਕਰੀਏ ਫਲਾਣਾ। ਤੁਸੀਂ ਕੀ ਸਮਝਦੇ ਹੋ ਵੀ ਮੈਂ ਯਾਰ ਇੰਨਾ ਕਾਬਲ ਹੈਗਾ ਵੀ ਮੈਂ ਕਿਸੇ ਨੂੰ ਸਲਾਹ ਦੇ ਸਕੂੰਗਾ? ਨਹੀਂ, ਗੱਲ ਕਾਬਲ ਦੀ, ਪਰ ਗੱਲ ਤੇ ਭਰੋਸੇ ਦੀ ਹੁੰਦੀ ਹੈ ਨਾ, ਜਦੋਂ ਤਾਰਾਂ ਜੁੜ ਜਾਣ। ਨਹੀਂ, ਤਾਰਾਂ ਤੂਰਾਂ ਨਹੀਂ ਕੋਈ ਜੁੜਦੀਆਂ। ਬਾਕੀ ਇਹ ਨਹੀਂ ਕਿ ਕੋਈ ਗੱਲ ਹੁੰਦੀ ਵੀ ਮੇਰੀ ਕਦੀ ਗੱਲ ਨਹੀਂ ਹੋਈ। ਮੈਂ ਇਹੋ ਜਿਹਾ ਬੰਦਾ ਨਹੀਂ ਹੈਗਾ ਵੀ ਐਵੇਂ ਮੁੱਕਰਦਾ ਫਿਰਾਂ ਕਿਸੇ ਕੋਲੋਂ ਗੱਲ ਕਰਕੇ। ਗੱਲ ਨੂੰ ਤੇ ਗੱਲ ਮੇਰੀ ਬੋਲੀ ਜੀ ਨਾਲ ਵੀ ਗੱਲ ਹੋ ਜਾਂਦੀ ਹੈ, ਮੇਰੀ ਮਜੀਠਾ ਸਾਹਿਬ ਨਾਲ ਵੀ ਗੱਲ ਹੋ ਜਾਂਦੀ ਹੈ, ਤੇ ਜੇ ਮੇਰੀ ਕਮਰ ਨਾਲ ਗੱਲ ਹੋ ਗਈ ਉਹ ਤੇ ਕਿਹੜੀ ਵੱਡੀ ਗੱਲ ਹੈ। ਗੱਲ ਹੋ ਜਾਣ ਦਾ ਮਤਲਬ ਇਹ ਨਹੀਂ ਗਾ ਵੀ ਜੇ ਗੱਲ ਹੋ ਗਿਆ ਤੇ ਮੈਂ ਕੋਈ ਇਹੋ ਜਿਹਾ ਲੂਪ ਹੋਲ ਦੇ ਦੂੰਗਾ ਵੀ ਤੁਸੀਂ ਅਕਾਲੀ ਦਲ ਦਾ ਨੁਕਸਾਨ ਕਰ ਦਿਓ। ਵੇਖੋ, ਮੈਂ ਅਕਾਲੀ ਸੀ ਵਿਚਾਰਧਾਰਕ ਤੌਰ 'ਤੇ, ਅੱਜ ਵੀ ਵਿਚਾਰਧਾਰਕ ਤੌਰ 'ਤੇ ਅਕਾਲੀ ਹਾਂ। ਬੇਸ਼ੱਕ ਮੈਂ ਅਕਾਲੀ ਦਲ ਦੀਆਂ ਸਾਰੀਆਂ ਨੀਤੀਆਂ ਨਾਲ ਸਹਿਮਤ ਨਾ ਵੀ ਹੋਵਾਂ। ਪਿਛਲੇ ਸਮੇਂ 'ਚ ਜੋ ਕੁਝ ਹੋਇਆ, ਜਿਹੜਾ ਵਰਤਾਰਾ ਵਾਪਰਿਆ, ਔਰ ਉਸ ਵਰਤਾਰੇ ਦਾ ਜੋ ਅਕਾਲੀ ਦਲ ਨੂੰ ਖਮਿਆਜਾ ਭੁਗਤਣਾ ਪਿਆ, ਅਸੀਂ ਵੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਉਹਦੇ ਵਿੱਚ ਗਿਲਟੀ ਫੀਲ ਕਰਦੇ ਹਾਂ, ਦੋਸ਼ੀ ਮੰਨਦੇ ਹਾਂ। ਪਰ ਅਸੀਂ ਇਸ ਵੱਡੀ ਮਸ਼ੀਨ ਦੇ ਵਿੱਚ ਇੱਕ ਛੋਟੀ ਜਿਹੀ ਪਿੰਨ ਤੋਂ ਵੱਧ ਔਕਾਤ ਨਹੀਂ ਰੱਖਦੇ, ਤਾਕਤ ਨਹੀਂ ਰੱਖਦੇ। ਇਸ ਕਰਕੇ ਸਾਡੇ 'ਚ ਇਹ ਤਾਕਤ ਨਹੀਂ ਹੈ ਵੀ ਅਸੀਂ ਕੋਈ ਪਾਰਟੀ ਦੀਆਂ ਨੀਤੀਆਂ ਨੂੰ ਚੇਂਜ ਕਰਾ ਸਕਦੇ ਹਾਂ। ਇਹ ਤਾਂ ਵੱਡੇ ਲੋਕਾਂ ਦਾ ਕੰਮ ਹੈ। ਕਿਤੇ ਪ੍ਰਧਾਨ ਜੀ ਉਹ ਤਾਂ ਨਹੀਂ ਗੱਲ ਕਿ ਕਹਿੰਦੇ ਜਦੋਂ ਕੋਈ ਸੱਜਣ ਦੁਸ਼ਮਣ ਬਣ ਜਾਏ ਫਿਰ ਦੁਸ਼ਮਣ ਨੂੰ ਮਾਰ ਲਈ ਦੁਸ਼ਮਣ ਨਾਲ ਸਮਝੌਤਾ ਕਰਨਾ ਪੈਂਦਾ। ਨਹੀਂ, ਇਹ ਇਸ ਲੈਵਲ ਤੱਕ ਅਸੀਂ ਕਦੀ ਜਾ ਕੇ ਨਾ ਕਦੀ ਸੋਚਿਆ, ਬਲਕਿ ਦੁਸ਼ਮਣ ਵਾਲੀ ਤੇ ਗੱਲ ਹੀ ਕੋਈ ਨਹੀਂ। ਤੁਸੀਂ ਨਾ ਗੱਲ ਕਰ ਦਿੰਦੇ ਹੋ ਮੇਰੇ ਨਾਲ ਆਮ, ਜਦੋਂ ਆਪਾਂ ਬਹਿ ਕੇ ਆਫ ਦੀ ਰਿਕਾਰਡ ਗੱਲ ਕਰਦੀ ਹੈ ਕਿ ਜ਼ਮੀਰ ਨਹੀਂ ਮੰਨਦੀ ਕਾਂਗਰਸ ਜਾਣ ਦੀ, ਪਰ ਜਦੋਂ ਪਤਾ ਲੱਗਣ ਲੱਗ ਪਿਆ ਕਿ ਸਾਡੀਆਂ ਕਾਰਵਾਈਆਂ ਦਾ ਫਾਇਦਾ ਕਾਂਗਰਸ ਨੂੰ ਪਹੁੰਚ ਰਿਹਾ, ਉਹ ਤੋਂ ਕਿਨਾਰਾ ਨਹੀਂ ਕਰ ਲੈਣਾ ਚਾਹੀਦਾ। ਕਾਰਵਾਈਆਂ ਦਾ ਫਾਇਦਾ ਹੁਣ ਇਹ ਤਾਂ ਹਰ ਇੱਕ ਦੇ ਆਪਣੇ ਆਪਣੇ ਸੋਚਣ ਦੀ ਗੱਲ ਹੈ ਨਾ। ਵੇਖੋ, ਨਜ਼ਰੀਆ ਆਪਣਾ, ਤੁਹਾਡਾ ਸੋਚਣ ਦਾ ਦ੍ਰਿਸ਼ਟੀਕੋਣ ਆਪਣਾ ਆ, ਮੇਰਾ ਆਪਣਾ ਆ, ਮੇਰੇ ਕਿਸੇ ਸਾਥੀ ਦਾ ਸੋਚਣ ਦਾ ਦ੍ਰਿਸ਼ਟੀਕੋਣ ਆਪਣਾ ਆ। ਨਹੀਂ, ਮੇਰਾ ਦ੍ਰਿਸ਼ਟੀਕੋਣ ਨਹੀਂ ਹੈ, ਮੈਂ ਤੁਹਾਨੂੰ ਸਪਸ਼ਟ ਕਰ ਦਿਆਂ, ਇੱਕ ਐਵਰੇਜ ਵੀ ਸਪਸ਼ਟ ਕਰ ਦਿੰਦਾ ਕਿ ਅਸੀਂ ਲੋਕ ਰਾਏ ਜਿਹੜੀ ਹੁੰਦੀ ਹੈ ਨਾ, ਜੋ ਅਫਵਾਹਾਂ ਦਾ ਬਾਜ਼ਾਰ ਗਰਮ ਹੁੰਦਾ, ਜੋ ਲੋਕ ਸਾਡੇ ਨਾਲ ਗੱਲਬਾਤ ਕਰਦੇ ਆ, ਉਹਨੂੰ ਆਧਾਰ ਬਣਾ ਕੇ ਸੰਬੰਧਿਤ ਲੀਡਰ ਨਾਲ ਗੱਲ ਕੀਤੀ ਜਾਂਦੀ ਹੈ। ਸੋ ਲੋਕਾਂ ਦਾ ਇਹ ਮੰਨਣਾ ਹੈ ਕਿ ਕਾਂਗਰਸ ਦੇ ਵਰਕਰ ਦੀ ਜਿਹੜੀ ਮਾਨ ਸਨਮਾਨ ਆ ਨਾ, ਉਹ ਇਨਾਲਾ ਹਲਕੇ ਜਿਸ ਕਰਕੇ ਘਟ ਗਿਆ ਕਿ ਜਿਹੜਾ ਬਾਗੀ ਧੜਾ ਆ ਅਕਾਲੀ ਦਲ ਤੋਂ, ਉਹਦੀ ਸਿੱਧੇ ਰੂਪ 'ਚ MLA ਹਰਪ੍ਰਤਾਪ ਸਿੰਘ ਇਨਾਲਾ ਨੂੰ ਸ਼ਹਿ ਆ ਕਿ ਅਸੀਂ ਤੇਰੇ ਨਾਲ ਆ,
ਤੇਰੀ ਜਿੱਤ ਪੱਕੀ ਹੈ। ਅੱਛਾ ਚਲੋ ਵੱਖਰੀ ਗੱਲ ਆ ਵੀ ਸਾਡੇ ਹੁਣ ਜੇ ਤੁਸੀਂ ਵੇਖੋ ਤੇ ਅਸੀਂ ਕਿਸੇ ਦੀ ਕਿੰਨੀ ਕੁ ਸਪੋਰਟ ਕਰ ਲੈਣੀ ਹੈ ਜੀ। ਅਸੀਂ 4 ਸੀਟਾਂ ਲੜੀਆਂ, 4 ਚੋਂ ਸਾਨੂੰ ਲੋਕਾਂ ਨੇ ਇੱਕ ਵੀ ਨਹੀਂ ਜਿਤਾਈ। ਅਸੀਂ ਕਿਸੇ ਦਾ ਕੀ ਫਾਇਦਾ ਕਰਦੇ ਉਹ ਤਾਂ ਪਿੱਛੇ ਰਹਿ ਗਏ। ਜਿਹੜੀਆਂ ਨਵੀਆਂ ਮੀਟਿੰਗਾਂ ਨੇ, ਨਵੇਂ ਐਲਾਨ ਨੇ, ਵੇਖੋ ਜਦੋਂ ਉਹ 'ਚ ਤੁਸੀਂ ਸਾਬਤ ਕਰਦੇ ਹੋ ਕਿ ਸਾਡੇ ਨਾਲ ਬੜਾ ਵੱਡਾ ਕੇਡਰ ਜੁੜ ਰਿਹਾ ਪਿੰਡਾਂ ਨਹੀਂ, ਵੇਖੋ ਉਹ ਤਾਂ ਜੁੜ ਨਹੀਂ ਰਿਹਾ, ਕੁਦਰਤੀ ਜੁੜ ਗਿਆ ਵਾ। ਵੇਖੋ ਗੱਲ ਤੇ ਇਹ ਹੋਈ ਵੀ ਜਦੋਂ ਸਾਡੀ ਕਮੇਟੀ ਦੀ ਇਲੈਕਸ਼ਨ ਆਈ ਆ, ਪਾਰਟੀ ਹਾਈ ਕਮਾਂਡ ਨਾਲ ਵੀ ਸਾਡੀ ਗੱਲਬਾਤ ਚੱਲਦੀ ਰਹੀ। ਪਾਰਟੀ ਹਾਈ ਕਮਾਂਡ ਨੇ ਬੋਨੀ ਜੀ ਨਾਲ ਵੀ ਗੱਲਬਾਤ ਕੀਤੀ, ਕਈ ਗੱਲਾਂ ਹੋਈਆਂ, ਪਰ ਉਹਦੇ ਵਿੱਚ ਗੱਲ ਨਿਕਲ ਕੇ ਆਉਂਦੀ ਜੀ ਧੜਾ ਬਣਾ ਰਿਹਾ। ਤੇ ਸਾਡੀ ਹਾਲਤ ਇਹ ਹੋ ਗਈ ਵੀ ਅਸੀਂ ਤੇ ਸ਼ਹਿਰ ਦੇ ਵਿੱਚ 4 ਬੰਦਿਆਂ ਨੇ ਇਲੈਕਸ਼ਨ ਲੜੀ ਤੇ ਅਸੀਂ 4 ਹੀ ਰਹਿ ਗਏ, ਜਾਂ 1-2 ਸਾਥੀ ਹੋਰ ਸੀਗੇ ਕੋਈ ਸਾਡੇ ਨਾਲ। ਵੱਧ ਤੋਂ ਵੱਧ ਸ਼ਹਿਰ ਦੇ ਵਿੱਚ 6 ਬੰਦੇ ਹੋਵਾਂਗੇ। ਅਸੀਂ ਧੜਾ ਅਸੀਂ ਕੀ ਬਣਾ ਲੈਣਾ ਕਿਸੇ ਦਾ। ਮੈਂ ਮਤਲਬ ਕੋਈ ਸਿਆਸੀ ਲਾਭ ਲੈਣ ਵਾਸਤੇ ਕਦੀ ਅੱਤ ਕਥਨੀ ਨਹੀਂ ਕੀਤੀ, ਐਵੇਂ ਫालतू ਗੱਲਾਂ ਨਹੀਂ ਕੀਤੀਆਂ। ਹਾਂ ਅੱਜ ਜ਼ਰੂਰ ਧੜਾ ਬਣ ਗਿਆ, ਤੇ ਧੜਾ ਸਾਡੇ ਕਰਕੇ ਨਹੀਂ ਬਣਿਆ। ਧੜਾ ਪਾਰਟੀ ਦੀ ਅਗਵਾਈ ਕਰ ਲਈ ਲੀਡਰਸ਼ਿਪ ਦੀਆਂ ਆਪ ਉਧਰੀਆਂ ਕਰਕੇ ਬਣਿਆ। ਔਰ ਜੇ ਇਹ ਆਪ ਉਧਰੀਆਂ ਇਸੇ ਤਰ੍ਹਾਂ ਜਾਰੀ ਰਹੀਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਧੜਾ ਹੋਰ ਭਾਰੀ ਹੋਏਗਾ। ਔਰ ਵੇਖੋ ਸੱਤਾ ਜਿਹੜੀ ਜਦੋਂ ਸਿਰ ਤੇ ਚੜ੍ਹਦੀ ਹੈ ਨਾ, ਉਹ ਕਈ ਕੁਛ ਕਰਾਉਂਦੀ ਆ। ਇਸ ਵੇਲੇ ਸੱਤਾਧਾਰੀ ਦਲ ਦੇ ਬੰਦੇ ਵੀ ਕੋਈ ਬਹੁਤੇ ਸੱਤਾਧਾਰੀ ਆਗੂਆਂ ਦੇ ਨਾਲ ਖੁਸ਼ ਨਹੀਂ ਹੈਗੇ। ਵਿਰੋਧੀ ਧਿਰ ਦੇ ਵੀ ਆਪਣੇ ਆਪ ਨੂੰ ਸਮਝਣ ਲੱਗ ਗਏ ਨੇ ਕਿ ਸੱਤਾ ਸਾਡੇ ਹੱਥ 'ਚ ਆ ਗਈ ਆ, ਜਿਹੜੇ ਕਿ ਸਾਡੇ ਹੀ ਸਾਥੀ ਨੇ, ਲੇਕਿਨ ਅਜੇ ਆਈ ਨਹੀਂ ਗਈ। ਅਜੇ ਗੱਲ ਕੌਡੀ ਦੂਰ ਦੀ ਆ। ਇਹ ਸਮਾਂ ਦੱਸੂਗਾ ਵੀ ਕਿਹੜੇ ਪਾਸੇ ਨੂੰ ਕੌਣ ਜਾਂਦਾ ਤੇ ਕੀ ਕਰਦਾ। ਜਿਹੜੀ ਗੱਲ ਰਹੀ ਵੀ ਲੋਕਾਂ ਕੋਲ ਬਦਲ ਕੀ ਆ, ਬਦਲ ਲੋਕ ਆਪਣਾ ਆਪ ਲੱਭ ਲੈਣਗੇ। ਸੋ ਜਿਹੜਾ ਇਹ ਵੀ ਇੱਕ ਲੋਕ ਗੱਲ ਕਰਦੇ, ਚਰਚਾ ਕਰਦੇ ਆ ਤੁਹਾਡਾ ਨਾਂ ਜੋੜ ਕੇ ਕਿ 9 ਨੰਬਰ ਵਾਰਡ ਦੇ ਜਿਹੜੇ ਕਾਉਂਸਲਰ ਸਾਹਿਬ ਆ, ਚਲੋ ਉਹਨਾਂ ਨੇ ਆਪਣੇ ਵੋਟਰਾਂ ਨਾਲ, ਵਰਕਰਾਂ ਨਾਲ ਜੋ ਕੀਤਾ ਉਹਨੂੰ ਗਦਾਰੀ ਕਹਿ ਲਈਏ, ਜਾਂ ਕਿਸੇ ਦੀਆਂ ਭਾਵਨਾਵਾਂ ਦਾ ਮਿਸਯੂਜ਼ ਕੀਤਾ ਕਿ ਵੋਟ ਅਕਾਲੀ ਦਲ ਦੇ ਨਾਂ ਤੇ ਲੈ ਕੇ ਕਾਂਗਰਸ 'ਚ ਸ਼ਾਮਲ ਹੋ ਜਾਣਾ ਆਪਣੀ ਹੋਂਦ ਬਚਾਉਣ ਲਈ। ਲੋਕ ਕਹਿੰਦੇ ਆ ਕਿ ਤੁਹਾਡਾ ਬੜਾ ਵੱਡਾ ਰੋਲ ਰਿਹਾ ਉਹਨੂੰ ਕਾਂਗਰਸ ਨਾਲ ਜੋੜਨ ਲਈ, ਸ਼ਾਮਲ ਕਰਨ ਲਈ। ਦੇਖੋ ਬਾਠ ਸਾਹਿਬ ਗੱਲ ਇਹ ਆ ਵੀ ਇਹ ਵੀ ਕਿਹਾ ਕਿ ਬੜੀ ਵੱਡੀ ਮਨੀ ਜਿਹੜੀ ਆ ਤੁਹਾਡੇ ਘਰ ਪਈ ਰਹੀ ਕਿ ਬੰਦਾ ਖਰੀਦਣਾ ਹੈ ਮੌਕੇ ਤੇ ਜਾਂ ਵੇਚਣਾ ਆ, ਇੱਥੇ ਸੌਦਾ ਹੋਇਆ ਬਹਿ ਕੇ। ਦੇਖੋ ਕਾਂਗਰਸ ਦੀ ਸਰਕਾਰ 'ਚ ਮੇਰੇ ਤੇ ਪਰਚੇ ਹੋਏ, ਉਹ ਸਮਝੌਤਾ ਵੀ ਹੋ ਗਿਆ, ਕਲੀਅਰ ਵੀ ਹੋ ਗਈ। ਕਾਂਗਰਸ ਸਰਕਾਰ 'ਚ ਪਰਚੇ ਹੋਏ। ਜੇ ਮੈਂ ਸਮਝੌਤਾ ਹੀ ਕਰਨਾ ਹੁੰਦਾ ਤਾਂ ਮੈਂ ਟਿਕਟ ਲੈ ਕੇ ਸਮਝੌਤਾ ਕਰਦਾ। ਮੈਂ ਕੁਝ ਹਾਸਲ ਕਰਕੇ ਸਮਝੌਤਾ ਕਰਦਾ। ਮੈਂ ਉਹਨਾਂ ਮੂਰਖਾਂ 'ਚੋਂ ਥੋੜ੍ਹੀ ਆ ਵੀ ਲਵਾਂ ਵੀ ਕੱਖ ਨਾਲ ਤੇ ਸਮਝੌਤਾ ਕਰਨਾ। ਜਿਹੜੀ ਤੁਸੀਂ ਨਹੀਂ ਸਮਾਂ ਨਹੀਂ ਲੰਘਦਾ ਹੁੰਦਾ। ਜਿਹੜੀ ਤੁਸੀਂ ਗੱਲ ਕੀਤੀ ਆ ਮਾਲ ਸਾਹਿਬ ਦੀ 9 ਨੰਬਰ ਵਾਰਡ ਵਾਲੀ, ਮੈਂ ਤੁਹਾਨੂੰ ਦੱਸ ਦਿਆਂ ਬਈ ਮੇਰੀ ਪ੍ਰਧਾਨਗੀ ਦਾ ਸਭ ਤੋਂ ਜ਼ਿਆਦਾ ਵਿਰੋਧ ਕਰਨ ਵਾਲੇ ਇਹ ਹੀ, ਔਰ ਉਹ ਕਰਦੇ ਰਹੇ ਆ। ਵੇਖੋ ਉਹ ਮੇਰੇ ਤੋਂ ਸੀਨੀਅਰ ਸੀਗੇ। ਮੈਂ 1 ਵਾਰੀ ਕਾਉਂਸਲਰ ਬਣਿਆ ਤੇ ਪ੍ਰਧਾਨ ਬਣ ਗਿਆ, ਉਹ 3 ਵਾਰੀ ਕਾਉਂਸਲਰ ਬਣੇ ਸੀ। ਉਹਨਾਂ ਦਾ ਆਪਣਾ ਰਾਈਟ ਬਣਦਾ ਸੀ, ਉਹ ਸਮਝਦੇ। ਪਰ ਪਾਰਟੀ ਲੀਡਰਸ਼ਿਪ ਨੇ ਮੇਰੇ ਤੇ ਭਰੋਸਾ ਕੀਤਾ, ਤੇ ਜੇ ਮੇਰੇ ਤੇ ਭਰੋਸਾ ਕੀਤਾ ਤੇ ਮੈਂ ਬਤੌਰ ਪ੍ਰਧਾਨ ਆਪਣੇ ਪਾਰਟੀ ਲੀਡਰਸ਼ਿਪ ਨੂੰ ਪੁੱਛੇ ਬਗੈਰ ਕੋਈ ਕੰਮ ਨਹੀਂ ਕੀਤਾ। ਫਿਰ ਹੁਣ ਆਪਣਾ ਨਿੱਜ ਕਦੀ ਅੱਗੇ ਨਹੀਂ ਰੱਖਿਆ। ਵੇਖੋ ਜਿਹੜੀ ਗੱਲ ਹੈ ਸਮਝੌਤਾ ਕਰਾਉਣ ਵਾਲੀ ਤੁਸੀਂ ਕਹੀ ਹੈ ਗੱਲ, 1% ਵੀ ਇਹਦੇ ਵਿੱਚ ਕੋਈ ਸੱਚਾਈ ਨਹੀਂ। ਨਾ ਮੈਂ ਕਿਸੇ ਦੇ ਨਾਲ ਮਾਲ ਸਾਹਿਬ ਦੀ ਗੱਲ ਕਰਾਈ ਆ, ਨਾ ਮੈਨੂੰ ਇਹਦੇ ਬਾਰੇ 'ਚ ਪਤਾ। ਜਿੱਦਾਂ ਤੁਸੀਂ ਲੋਕਾਂ ਕੋਲ ਸੁਣਦੇ ਹੋ ਇੱਦਾਂ ਹੀ ਮੈਂ ਸੁਣਦਾ ਹਾਂ। ਪਰ ਇਹ ਵੀ ਨਹੀਂ ਆ ਵੀ ਮੇਰਾ ਉਹਨਾਂ ਨਾਲ ਕੋਈ ਊਣ ਮੁਕਣਾ ਪਿਆ ਵਾ, ਮੇਰਾ ਕੋਈ ਉਹਨਾਂ ਨਾਲ ਬੋਲ ਚਾਲ ਹੈ ਨਹੀਂ। ਅਸੀਂ ਇੱਕ ਦੂਸਰੇ ਦੇ ਦੁੱਖ ਸੁੱਖ ਨੂੰ ਜਾਣਦੇ ਹਾਂ, ਸਾਡੇ ਸਾਥੀ ਆ, ਅਸੀਂ ਇਕੱਠੇ ਪੜ੍ਹਦੇ ਰਹੇ ਹਾਂ। ਸਾਡੇ ਦੋਵਾਂ ਦੇ ਟੀਚਰ ਸਾਂਝੇ ਰਹੇ ਨੇ, ਇੱਕ ਸਕੂਲ 'ਚ ਅਸੀਂ ਪੜ੍ਹੇ ਹਾਂ। ਮੇਰੇ ਫਾਦਰ ਕੋਲੋਂ ਮੈਂ ਵੀ ਪੜ੍ਹਿਆ, ਮੇਰੇ ਫਾਦਰ ਕੋਲੋਂ ਮਾਲ ਸਾਹਿਬ ਪੜ੍ਹੀ, ਸਾਰਾ ਪਰਿਵਾਰ ਪੜ੍ਹੇ ਨੇ, ਜਿੰਨੇ ਭਰਾ ਨੇ। ਸਾਡਾ ਉਹਨਾਂ ਦੇ ਨਾਲ ਨਿੱਜੀ ਸੰਬੰਧ ਹੈਗਾ ਆ। ਲੇਕਿਨ ਇਸ ਸਿਆਸਤ ਦੇ ਮਾਮਲੇ ਦੇ ਵਿੱਚ ਜਾਂ ਉਹਨਾਂ ਨੇ ਕੋਈ ਉੱਥੇ ਕਰ ਲਿਆ ਵੇ, ਇਹੋ ਜਿਹੀ ਬਿਲਕੁਲ 1% ਵੀ ਗੱਲ ਨਹੀਂ। ਬਾਕੀ ਗੱਪਾਂ ਮਾਰਨ ਵਾਲੇ ਕਈ ਇਹੋ ਜਿਹੇ ਹੁੰਦੇ ਨੇ ਜਿਹੜੇ ਆਪਣੇ ਆਪ ਦੇ ਨੰਬਰ ਬਣਾਉਣ ਵਾਸਤੇ ਨਾ ਐਵੇਂ ਗੱਲਾਂ ਕਰੀ ਜਾਣਗੇ ਜੀ। ਮੈਨੂੰ ਆ ਗਿਆ ਕਈ ਲੋਕਾਂ ਦਾ ਸਵਾਲ ਸੀ ਤੇ ਮੈਂ ਕਿਹਾ ਵੀ ਕਲੀਅਰ ਹੋ ਜਾਵੇ ਸੁਣਨ ਵਾਲਿਆਂ ਨੇ। ਬਿਲਕੁਲ ਕਲੀਅਰ ਗੱਲ ਆ, ਬਿਲਕੁਲ ਹੁਣ ਇੱਕ ਹੋਰ ਗੱਲ ਹੈ ਕਿ ਲੋਕ ਇਹ ਵੀ ਕਹਿੰਦੇ ਆ ਕਿ ਸਾਡੇ ਜਿਹੜੇ ਕਾਂਗਰਸ ਅਜਨਾਲੇ ਦੇ ਮੁਖੀ ਨੇ ਇਸ ਵੇਲੇ ਉਹ ਆਸ ਲਗਾਈ ਬੈਠੇ ਨੇ, ਜਿਹੜੀ ਆਪਾਂ ਪਹਿਲਾਂ ਵੀ ਗੱਲ ਕਰ ਲਈ ਆ। ਤੇ ਤੁਹਾਡਾ ਵੀ ਪਤਾ ਲੱਗਾ ਹੈ ਕਿ ਆਪਣੀ ਮੀਟਿੰਗ ਕੰਵਰ ਵਿਜੇ ਪ੍ਰਤਾਪ ਸਿੰਘ ਨਾਲ ਵੀ ਹੋਈ ਆ ਆਮ ਆਦਮੀ ਪਾਰਟੀ ਦੇ ਨਾਲ। ਫਿਰ ਮੈਨੂੰ ਇਹ ਮੈਂ ਚਾਹੁੰਦਾ ਕਿ ਵੀ ਕਲੀਅਰ ਹੋ ਜਾਏ ਵੀ ਤੁਹਾਡੇ ਤੇ ਲਾਰਾ ਕਿਹਨੂੰ ਲਾਇਆ ਜੇ, ਭਰੋਸਾ ਕੌਣ ਰੱਖੇ, ਕੀ ਕਰੇ। ਵਾਹਿਗੁਰੂ 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 ਸੱਚੇ ਪਾਤਸ਼ਾਹ। ਵੇਖੋ ਕੰਵਰ ਵਿਜੇ ਪ੍ਰਤਾਪ ਨਾਲ ਮੇਰੀ ਗੱਲਬਾਤ ਕਰਾਉਣ ਨੇ। ਲੋਕ ਜੋ ਕਹਿੰਦੇ ਨੇ ਕਿ ਮੀਟਿੰਗਾਂ ਹੋ ਗਈਆਂ ਨੇ, ਚਲੋ ਜੀ ਕਰਾਈ ਜਾਣ। ਸਾਡੇ ਨਾਲ ਤੇ ਨਾ ਮੈਂ ਤੁਹਾਨੂੰ ਦੱਸਾਂ ਇਲੈਕਸ਼ਨ ਤੋਂ ਬਾਅਦ ਮੇਰੀ ਸਰਦਾਰ ਪ੍ਰਤਾਪ ਸਿੰਘ ਨਾਲ ਕਦੀ ਫੋਨ ਤੇ ਵੀ ਗੱਲ ਨਹੀਂ ਹੋਈ। ਕਮੇਟੀ ਜਿਹੜੀ ਜਦੋਂ ਦੀ ਟਿਕਟ ਦੀ ਗੱਲ ਚਲੋ ਉਹਨਾਂ ਦੇ ਬੇਟੇ ਨਾਲ ਹੋ ਗਈ, ਕੀ ਗੱਲ। ਅੱਛਾ, ਤੇ ਬੋਨੀ ਜੀ ਨਾਲ ਵੀ ਕਦੀ ਨਹੀਂ ਹੋਈ। ਤੇ ਮੇਰੇ ਨਾਲ ਕੰਵਰ ਵਿਜੇ ਪ੍ਰਤਾਪ ਨੇ ਕਿੱਥੋਂ ਗੱਲ ਕਰਨੀ ਹੈ ਜੀ। ਜਿਹੜਾ ਵੀ ਮੈਂ ਤੇ ਮਤਲਬ ਇੱਕ ਚੀਜ਼ ਮੈਂ ਕਹਿ ਸਕਣਾ, ਵੇਖੋ ਵੀ ਅੱਜ ਤੱਕ ਕਦੀ ਵੀ ਕੰਵਰ ਵਿਜੇ ਪ੍ਰਤਾਪ ਸਿੰਘ ਦੇ ਨਾਲ ਮੇਰੀ ਨਾ ਕਦੇ ਫੋਨ ਤੇ ਨਾ ਕਦੀ ਪਰਸਨਲੀ ਬਹਿ ਕੇ ਗੱਲ ਨਹੀਂ। ਮੈਨੂੰ ਨਹੀਂ ਸਮਝ ਲੱਗਦੀ ਵੀ ਇਹ ਸ਼ਗੂਫੇ ਕਿੱਥੋਂ ਉੱਡ ਪੈਂਦੇ ਨੇ ਲੋਕਾਂ ਦੇ, ਕਿੱਥੋਂ ਕੱਢ ਦਿੰਦੇ ਨੇ। ਐਸੀ ਕੋਈ ਗੱਲ ਨਹੀਂ ਹੈ।
ਤੇ ਪ੍ਰਧਾਨ ਜੀ ਕਿਤੇ ਇਹ ਨਾ ਹੋਵੇ ਕਿ ਬਹੁਤੀਆਂ ਬੇੜੀਆਂ ਦੇ ਸਵਾਰ ਹੁੰਦੇ ਆਪ ਆਪਣੀ ਬੇੜੀ ਗਵਾ ਨਹੀਂ, ਕਿਸੇ ਬੇੜੀ ਸਾਡੀ ਬੇੜੀ ਤੇ ਗਵਾਚੀ ਹੈ। ਅੱਛਾ ਜੀ। ਸਾਡੀ ਬੇੜੀ ਕਦੀ ਹੈ? ਸਾਡੀ ਬੇੜੀ ਤੇ ਗਵਾਚੀ ਹੈ। ਵੇਖੋ ਨਾ, ਸਾਨੂੰ ਤਾਂ ਸਜ਼ਾ ਮਿਲ ਰਹੀ ਪਾਰਟੀ ਨਾਲ ਖਲੋਣ ਦੀ। ਅਸੀਂ ਪਾਰਟੀ ਨਾਲ ਖਲੋ ਕੇ ਗੁਨਾਹ ਕਰ ਲਿਆ। ਇਹ ਗੁਨਾਹ ਕਰ ਲਿਆ ਵੀ ਆਹਾਂ ਜ਼ਮੀਰ ਨਹੀਂ ਮਾਰੀ। ਇਹ ਗੁਨਾਹ ਕਰ ਲਿਆ ਵੀ ਅਸੀਂ ਆਪਣੀਆਂ ਕੀਤੀਆਂ ਗੱਲਾਂ ਤੋਂ ਮੁੱਕਰੇ ਨਹੀਂ, ਆਹਾਂ ਗੱਲਾਂ ਕੀਤੀਆਂ ਹੀ ਨਹੀਂ। ਪਰ ਇਹਦਾ ਮਤਲਬ ਇਹ ਨਹੀਂਗਾ ਵੀ ਅਸੀਂ ਇਹਦਾ ਫਾਇਦਾ ਲੈਣ ਵਾਸਤੇ ਕਦੀ ਕਿਸੇ ਦੀ ਬੇੜੀ 'ਚ ਚੜ੍ਹ ਜਾਈਏ, ਕਦੀ ਕਿਸੇ ਦੀ ਬੇੜੀ 'ਚ ਚੜ੍ਹ ਜਾਈਏ, ਜਾਂ ਬਹੁਤੀਆਂ ਬੇੜੀਆਂ 'ਚ ਪੈਰ ਰੱਖ ਲਈਏ। ਕਿਸੇ ਬੇੜੀ 'ਚ ਪੈਰ ਨਹੀਂ, ਘਰ ਬਹਿ ਜਾਣਾ ਮਨਜ਼ੂਰ ਹੈ। ਅਸੂਲ ਦੇ ਉੱਤੇ ਨਾ ਸਮਝੌਤਾ ਪਹਿਲਾਂ ਕੀਤਾ, ਨਾ ਹੁਣ ਕੀਤਾ ਹੈ, ਨਾ ਭਵਿੱਖ 'ਚ ਕਰਨਾ। ਸਾਡੀ ਔਕਾਤ ਕੀ ਆ? ਮੈਂ ਤਾਂ ਟਾਂਕੇ ਲਾਉਣ ਵਾਲਾ ਹਾਂ। ਮੇਰੀ ਔਕਾਤ ਤੇ ਵੇਖੋ, ਮੇਰੀ ਔਕਾਤ ਸਿਰਫ ਇੱਕ ਦੁਕਾਨਦਾਰ ਦੀ ਆ। ਜਿਹੜੀ ਕਿਰਤ ਕਰਨੀ ਆ ਨਾ, ਉਹਨੂੰ ਇਸ ਚੀਜ਼ ਨਾਲ ਜੋੜ ਕੇ ਨਹੀਂ ਵੇਖਿਆ ਜਾ ਸਕਦਾ। ਕੋਈ ਟਾਂਕੇ ਲਾਉਣ ਵਾਲਾ ਹੈ, ਕੋਈ ਜੁੱਤੀਆਂ ਕੱਢਣ ਵਾਲਾ ਹੈ। ਮੈਂ ਤਾਂ ਐਕਸੀਡੈਂਟਲੀ ਸਿਆਸਤ ਵਿੱਚ ਆ ਗਿਆ। ਮੇਰੀ ਤਾਂ ਸਿਆਸਤ ਹੀ ਕੋਈ ਨਹੀਂ ਹੈਗੀ। ਬਹੁਤੇ ਲੋਕ ਐਕਸੀਡੈਂਟਲੀ ਆਏ ਨੇ। ਮੇਰੇ ਤੇ ਵੇਖੋ ਨਾ, 2005 ਦੀ ਬਾਈ ਇਲੈਕਸ਼ਨ 'ਚ ਨਾ ਮੇਰੇ ਕੋਲ ਸਪੋਰਟਸ ਕਿੱਟਾਂ ਆਈਆਂ। ਮੈਂ ਉਹ ਕਿੱਟਾਂ ਵੰਡਣ ਤੋਂ ਪਹਿਲਾਂ ਹੀ ਫੜਿਆ ਗਿਆ। ਮਤਲਬ ਹਾਲੇ ਲੱਥੀਆਂ ਹੀ, ਤੇ ਮੇਰੇ ਹੀ ਕਿਸੇ ਸੱਜਣ ਮਿੱਤਰ ਨੇ, ਸਾਥੀ ਨੇ ਸਿਫਾਰਿਸ਼ ਕਰ ਦਿੱਤੀ, ਤੇ ਮੈਨੂੰ ਪਹਿਲਾਂ ਰਾਜਨੀਤੀ 'ਚ ਪੈਰ ਧਰਨ ਦਾ, ਮਤਲਬ ਦਰੀਆਂ ਤੇ ਮੈਂ ਚਰੋਕੜੀਆਂ ਝਾੜਦਾ ਹਾਂ, ਪਰ ਮੈਨੂੰ ਜਾਣਦਾ ਕੋਈ ਨਹੀਂ। ਉਹ ਫੜੇ ਜਾਣ ਦੇ ਕਾਰਨ ਮੇਰੀ ਵਾਕਫੀਤ ਹੋ ਗਈ। ਉਦੋਂ ਮਗਰੋਂ ਮੈਂ ਸੱਤਾਧਾਰੀਆਂ ਦੀ ਐਟਲਿਸਟ ਰਿਹਾ। ਜਦੋਂ ਇਲੈਕਸ਼ਨ ਹੋਣੀ, ਮੇਰੇ ਤੇ ਰੇਡ ਪੈ ਚੜੀ ਵੀ ਇਹ ਆਹ ਕਰਦਾ ਜੀ, ਉਹ ਕਰਦਾ ਮੈਂ ਉਦੋਂ ਵੀ ਕੱਖ ਨਹੀਂ ਆ, ਅਤੇ ਕਰਦਾ ਮੈਂ ਹੁਣ ਵੀ ਕੱਖ ਨਹੀਂ ਗਾ। ਸਿਰਫ ਇੱਕੋ ਗੱਲ ਆ, ਮੈਂ ਝੂਠ ਬੋਲਣ ਤੋਂ ਗੁਰੇਜ਼ ਕਰਦਾ ਜਿੰਨਾ ਕੁ ਹੋ ਸਕੇ। ਮੈਂ ਇਹ ਨਹੀਂ ਕਹਿੰਦਾ ਮੈਂ ਪੂਰਾ ਝੂਠ ਬੋਲਦਾ, ਜਿੰਨਾ ਕੁ ਗੁਰੇਜ਼ ਹੋ ਸਕੇ ਮੈਂ ਉਹਨਾਂ ਕੁ ਝੂਠ ਬੋਲਣ ਤੋਂ ਗੁਰੇਜ਼ ਕਰਦਾ। ਬਿਲਕੁਲ ਸੱਚਾਈ ਹੈ। ਮੇਰੀ ਕਦੀ ਕੁੰਵਰ ਵਿਜੇ ਪ੍ਰਤਾਪ ਦੇ ਨਾਲ ਕੋਈ ਇਸ ਵਿਸ਼ੇ ਦੇ ਉੱਤੇ ਗੱਲ ਨਹੀਂ ਹੋਈ। ਇਹ ਨਹੀਂ ਆ ਕਿ ਆਮ ਆਦਮੀ ਪਾਰਟੀ ਦੇ ਕਿਸੇ ਸੱਜਣ ਨੂੰ ਮੈਂ ਜਾਣਦਾ ਨਹੀਂ, ਮੈਂ ਬਹੁਤ ਸਾਰਿਆਂ ਨੂੰ ਜਾਣਦਾ। ਮੇਰੀ ਸੋਨੂ ਜਾਫਰ ਦੇ ਨਾਲ ਨਿੱਜੀ ਸੰਬੰਧ ਨੇ। ਮੇਰਾ ਕਈ ਵਾਰ ਉਹਨਾਂ ਦੇ ਨਾਲ ਗੱਲਬਾਤ ਵੀ ਹੋਈ ਹੈ। ਜਿੱਦਣ ਉਹਨੇ ਦਫ਼ਤਰ ਖੋਲ੍ਹਿਆ ਸੀ, ਮੈਨੂੰ ਉਹਨੇ ਇਨਵਾਈਟ ਵੀ ਕੀਤਾ ਸੀ, ਲੇਕਿਨ ਮੇਰਾ ਉੱਥੇ ਨਾ ਜਾਣਾ ਇਹੀ ਸਾਬਤ ਕਰਦਾ ਵੀ ਮੈਂ ਵਿਚਾਰਧਾਰਕ ਤੌਰ ਦੇ ਉੱਤੇ ਉੱਥੇ ਨਹੀਂ ਹੈਗਾ। ਕੁਲਦੀਪ ਧਾਲੀਵਾਲ ਵੀ ਜਦੋਂ ਅਸੀਂ ਪੜ੍ਹਦੇ ਰਹੇ ਹਾਂ, ਇਹ ਵੀ ਉਦੋਂ ITI ਕਰਦੇ ਸੀਗੇ। ਮੇਰੇ ਇਹਨਾਂ ਦੇ ਨਾਲ ਪੁਰਾਣੇ ਸੰਬੰਧ ਨੇ, 1982 ਤੋਂ ਲੈ ਕੇ ਚੱਲੇ ਆਉਂਦੇ ਨੇ। ਸਾਡਾ ਆਪਸ ਦੇ ਵਿੱਚ ਚੰਗਾ ਬੋਲ ਚਾਲ ਆ। ਔਰ ਵੇਖੋ, ਰਾਜਨੀਤੀ ਆਪਣੀ ਥਾਂ 'ਤੇ ਆ, ਨਿੱਜੀ ਸੰਬੰਧ ਆਪਣੀ ਥਾਂ 'ਤੇ ਨੇ। ਪਰ ਮੈਂ ਇਹਦਾ ਕਦੇ ਵੀ ਪੋਲੀਟੀਕਲੀ ਐਡਵਾਂਟੇਜ ਨਾ ਕਦੀ ਲਿਆ, ਨਾ ਲਵਾਂਗਾ। ਹੁਣ ਮੇਰੇ ਦੋ ਸਵਾਲ ਨੇ ਜੀ। ਦੋਵੇਂ ਆਪਾਂ ਅਜਨਾਲੇ ਦੀ ਸਿਆਸਤ ਦੀ ਗੱਲ ਕੀਤੀ ਹੈ, ਕਿਉਂਕਿ ਲੋਕ ਸਵਾਲ ਕਰਦੇ ਜਦੋਂ ਬਾਹਰ ਨਿਕਲੀਦਾ ਨਾ ਕਿ ਤੁਸੀਂ ਪੁੱਛ ਲਓ, ਸਾਨੂੰ ਤਾਂ ਨਹੀਂ ਦੱਸਦੇ। ਤੇ ਅਸੀਂ ਵੀ ਤਾਂ ਕਰਕੇ ਕੈਮਰਾ ਔਨ ਕਰ ਲਿਆ ਕਿ ਸਾਰੇ ਹੀ ਸੁਣ ਲੈਣ। ਹਾਂਜੀ। ਹੁਣ ਨਗਰ ਪੰਚਾਇਤ ਅਜਨਾਲਾ ਤੋਂ ਗੱਲ ਸ਼ੁਰੂ ਕੀਤੀ ਸੀ, ਲਿਆਉਣੀ ਵੀ ਉੱਥੇ ਚਾਹੁੰਦਾ ਆ। ਹੁਣ ਅਗਲੀ ਜਿਹੜੀ ਮੀਟਿੰਗ ਆ, ਇਹ ਹੋ ਜੂਗੀ ਸਕਸੈਸ ਕਿ ਨਹੀਂ? ਹੁਣ ਮੈਂ ਕੀ ਰੋਲ ਰਹੇਗਾ? ਵੇਖੋ, ਮੈਂ ਕੋਈ ਜੋਤਸ਼ੀ ਨਹੀਂ ਗਾ, ਨਾ ਇਹ ਮੀਟਿੰਗਾਂ ਪੋਸਟਪੋਨ 'ਚ ਮੇਰਾ ਕੋਈ ਹੱਥ ਹੈ, ਨਾ ਇਸ ਮੀਟਿੰਗ ਨੂੰ ਕਾਮਯਾਬ ਕਰਨ 'ਚ ਮੇਰਾ ਕੋਈ ਹੱਥ ਹੈ। ਗੱਲ ਕਲੀਅਰ ਕਰ ਦਿਓ। ਨਗਰ ਪੰਚਾਇਤ ਇਹਨਾਂ ਦਾ ਪ੍ਰਧਾਨ ਵੀ ਕਹਿੰਦੇ ਤੁਹਾਨੂੰ ਪੁੱਛ ਕੇ ਚੱਲਦਾ। ਸਾਡੇ ਸਤਿਕਾਰਯੋਗ ਕੰਵਰ ਪ੍ਰਤਾਪ ਸਿੰਘ ਅਜਨਾਲਾ ਵੀ ਕਹਿੰਦੇ ਜਦੋਂ ਮੀਟਿੰਗ ਹੁੰਦੀ ਤੁਹਾਨੂੰ ਫੋਨ ਕਰਕੇ ਪੁੱਛਦੇ ਆ ਕਿ ਅੰਕਲ ਕੀ ਕੀਤਾ ਜਾਵੇ। ਫਿਰ ਲੋਕ ਕਿਉਂ ਨਾ ਪੁੱਛਣ ਤੁਹਾਡੇ ਨਾਲ? ਨਹੀਂ, ਇਹ ਗੱਲ ਨਹੀਂ ਆ, ਇਹ ਗੱਲ ਨਹੀਂ। ਵੇਖੋ, ਉਹ ਬੜੇ ਜਿਹੜਾ ਹੁੰਦਾ ਨਾ, ਸਿਆਣਾ ਬੰਦਾ ਜਿਹੜਾ ਹੁੰਦਾ, ਸਤਿਗੁਰ ਉਸੇ ਨੂੰ ਪਦਵੀਆਂ ਦਿੰਦਾ। ਇਹ ਨਹੀਂ ਹੁੰਦਾ ਕਿ ਕੋਈ ਬੰਦਾ ਜ਼ਿਆਦਾ ਸਿਆਣਾ ਬਣ ਜਾਂਦਾ, ਮੈਂ ਕੋਈ ਸਿਆਣਾ ਤੇ ਮੇਰੀ ਉਹ ਰਾਏ ਲੈ ਲੈਂਦੇ ਨੇ। ਐਸੀ ਕੋਈ ਬੜੀ ਗੱਲ ਨਹੀਂ ਹੈਗੀ। ਨਾ ਇਹ ਮੀਟਿੰਗਾਂ ਜਿਹੜੀਆਂ ਪੋਸਟਪੋਨ ਹੋਈਆਂ ਨੇ, ਇਹਦੇ 'ਚ ਮੇਰਾ ਕੋਈ ਰੋਲ ਹੈ, ਨਾ ਇਹਨੂੰ ਕਾਮਯਾਬ ਕਰਨ ਦੇ ਵਿੱਚ ਮੇਰਾ ਕੋਈ ਰੋਲ ਹੈ। ਹਾਂ ਠੀਕ ਹੈ, ਜੇ ਕਿਤੇ ਬੈਠੇ ਕਿਸੇ ਦੇ ਨਾਲ ਫਰਜ਼ ਕੀਤਾ, ਜਿਵੇਂ ਦੀਪਕ ਆ, ਉਹ ਮੇਰਾ ਛੋਟਾ ਭਰਾ ਆ। ਭਰਾ ਕਹਿਣ ਤੋਂ ਭਾਵ ਵੀ ਉਹ ਵੀ ਅਜਨਾਲੇ ਦਾ ਜੰਮਿਆ ਪਲਿਆ, ਮੈਂ ਵੀ ਅਜਨਾਲੇ ਦਾ ਪਲਿਆ। ਜੰਮਿਆ ਤੇ ਮੈਂ ਅਜਨਾਲੇ 'ਚ ਨਹੀਂ, ਪਰ ਪਲਿਆ ਤੇ ਮੈਂ ਅਜਨਾਲੇ 'ਚ ਹੀ ਹਾਂ। ਦੂਸਰਾ ਮੇਰਾ ਛੋਟਾ ਬ੍ਰਦਰ, ਤੇ ਉਹ ਇਕੱਠੇ ਪੜ੍ਹਦੇ ਰਹੇ ਨੇ। ਆਪਸ ਦੇ ਵਿੱਚ ਸਾਡੇ ਇੱਕ ਦੂਸਰੇ ਦੇ ਨਾਲ ਘਰੇਲੂ ਤਲੋਕਾਤ ਨੇ। ਜੇ ਉਸ ਤਲੋਕਾਤ ਦੀ ਨਜ਼ਰ ਦੇ ਨਾਲ ਉਹ ਮੇਰੇ ਕੋਲੋਂ ਕੋਈ ਰਾਏ ਪੁੱਛੂ, ਤੇ ਜਿੰਨੀ ਕਿ ਸਤਿਗੁਰ ਨੇ ਮੈਨੂੰ ਸਮਝ ਦਿੱਤੀ ਹੈ, ਉਹਦੇ ਮੁਤਾਬਕ ਉਹਨੂੰ ਸਹੀ ਗਾਈਡ ਕਰੂੰਗਾ। ਇਹ ਪ੍ਰਧਾਨ ਜੀ, ਇਹ ਨਹੀਂ ਗੱਲ ਹੁੰਦੀ। ਪਤਾ ਕੀ ਹੁੰਦਾ, ਜੇ ਕੋਈ ਕਿਸੇ ਖੇਤਰ 'ਚ ਸਿਆਣਾ ਹੋਵੇ, ਉਹਨੇ ਸਟੱਡੀ ਕੀਤੀ ਹੋਵੇ, ਸਮਝਦਾਰ ਹੋਵੇ, ਤੇ ਅਸੀਂ ਵੀ ਸਲਾਹ ਲੈਂਦੇ ਹਾਂ। ਪੱਤਰਕਾਰ ਦਾ ਤੇ ਖੇਤਰ ਨਾਲ ਜੁੜੇ ਹੋਏ ਆ। ਮੈਂ ਸਿਆਣੇ ਪੱਤਰਕਾਰ ਜਿਨ੍ਹਾਂ ਨੂੰ ਮੰਨਦਾ, ਉਹਨਾਂ ਕੋਲ ਵੀ ਐਡਵਾਈਸ ਲਈਦੀ ਆ, ਸਲਾਹ ਲਈਦੀ, ਸਿੱਖਣ ਦੀ ਕੋਸ਼ਿਸ਼ ਕਰੀਦੀ ਆ। ਨਹੀਂ ਵੇਖੋ, ਉਹ ਗੱਲ ਬਿਲਕੁਲ ਤੁਹਾਡੀ ਠੀਕ ਹੈ, ਪਰ ਤੁਹਾਡੀ ਜਿਹੜੀ ਗੱਲ ਹੈ ਨਾ, ਤੁਹਾਡਾ ਜਿਹੜਾ ਸਵਾਲ ਆ, ਉਹਦੀ ਸੈਂਸ ਕੁਝ ਹੋ ਰਿਹਾ। ਉਹਦੀ ਸੈਂਸ ਇਹ ਦੱਸਦੀ ਹੈ ਵੀ ਸ਼ਾਇਦ ਇਹਨੂੰ ਮੈਂ ਚਲਾਉਣ ਦੀ ਹੈ, ਮਤਲਬ ਮੋਨੀਟਰ ਕਰ ਰਿਹਾ। ਇਹੋ ਜਿਹੀ ਕੋਈ ਗੱਲ ਨਹੀਂ। ਤੁਸੀਂ ਨਗਰ ਪੰਚਾਇਤ ਦੇ ਪ੍ਰਧਾਨ ਰਹੇ ਹੋ 5 ਸਾਲ, ਇਹੋ ਜਿਹੀ ਕੋਈ ਗੱਲ ਨਹੀਂ, ਸਰਗਰਮ ਰਹੇ ਹੋ ਸਕਦਾ ਅਗਲੇ ਨੂੰ ਹੋਵੇ ਕਿ ਮੈਨੂੰ ਕੋਈ ਸਹੀ ਗਾਈਡ ਕਰ ਸਕੇ। ਹਾਂ, ਜੇ ਉਸ ਲੈਵਲ ਤੇ ਕੋਈ ਗੱਲ ਪੁੱਛੂ ਤੇ ਜ਼ਰੂਰ ਦੱਸੂਗਾ ਉਹਨੂੰ, ਪਰ ਹੁਣ ਅੱਜ ਤੱਕ ਕਦੀ ਕੋਈ ਗੱਲ ਪੁੱਛੀ ਨਹੀਂ। ਹੁਣ ਲਾਸਟ ਹੀ ਆ ਕਿ ਹੁਣ ਲੜਾਈ ਫਿਰ ਆਪਣੀ ਹੋਂਦ ਬਚਾਉਣ ਦੀ ਆ, ਜਾਂ ਕਾਂਗਰਸ ਨੂੰ ਜਿਤਾਉਣ ਦੀ ਆ, ਜਾਂ ਬੋਨੀ ਅਮਰਪਾਲ ਸਿੰਘ ਅਜਨਾਲਾ ਨੂੰ ਹਰਾਉਣ ਦੀ ਆ? ਮੈਨੂੰ ਲੱਗਦਾ ਇਹਨਾਂ ਤਿੰਨਾਂ 'ਚੋਂ ਇੱਕ ਗੱਲ ਸਹੀ ਹੈ, ਉਹ ਵੀ ਕਲੀਅਰ ਕਰ ਦਿਓ। ਬਾਕੀ ਸਾਰੀਆਂ ਨਹੀਂ, ਸਮੇਂ ਤੇ ਕਰ ਦਿਆਂਗੇ। ਹਰਕਤਾਂ ਦੱਸਣ ਹੀ ਰਹੀਆਂ ਨੇ, ਸਮੇਂ ਤੇ ਕੀ ਕਰਨਾ। ਹਰਕਤਾਂ ਤੇ ਫਿਰ ਉਹੀ ਰਹੀਆਂ ਨੇ ਜੋ ਆਪਾਂ ਵਿਚਾਰ ਕੀਤੀਆਂ। ਪਰ ਜਿਸ ਵਿਚਾਰਧਾਰਾ ਦੇ ਮੈਂ ਕੱਲ੍ਹ ਖਿਲਾਫ ਸੀ, ਉਸ ਵਿਚਾਰਧਾਰਾ ਦੇ ਮੈਂ ਅੱਜ ਵੀ ਖਿਲਾਫ ਹਾਂ, ਕੱਲ੍ਹ ਵੀ ਰਹੂੰਗਾ।
ਪਰ ਜਿਹੜੀ ਵਿਚਾਰਧਾਰਾ ਦੀ ਤੁਸੀਂ ਗੱਲ ਕਰਦੇ ਹੋ, ਸ਼੍ਰੋਮਣੀ ਅਕਾਲੀ ਦਲ ਨਾਲ ਆਪਾਂ ਜੁੜੇ ਆ, ਤੇ ਅੱਜ ਤੇ ਲੋਕ ਇਹ ਵੀ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਸਮੁੱਚੀ ਪਾਰਟੀ ਲੀਹ ਤੋਂ ਲੱਥ ਚੁੱਕੀ ਆ, ਵਿਚਾਰਧਾਰਕ ਤੌਰ ਤੇ, ਸਿਧਾਂਤਕ ਤੌਰ ਤੇ ਉਹਨਾਂ ਦੀ ਜ਼ਮੀਰ ਮਰ ਚੁੱਕੀ ਆ। ਜੋ ਐਪੀਸੋਡ ਵਾਪਰਿਆ ਤੇ ਲੋਕ ਐਰ ਕਿ ਉਹਨਾਂ ਨੂੰ ਬਹੁਤਾ ਮੂੰਹ ਨਹੀਂ ਲਾਉਣਗੇ, ਤੇ ਤੁਸੀਂ ਉਹ ਪਾਰਟੀ ਦਾ ਕੋਈ ਨਾਂ ਲੈ ਦਿਓ। ਤੇ ਜਿਨ੍ਹਾਂ ਦੀ ਜ਼ਮੀਰ ਮਰੀ, ਜਿਨ੍ਹਾਂ ਦੀ ਜ਼ਮੀਰ ਥੋੜੀ ਜਿਹੀ ਵਧੀਆ ਉਹ ਇਸ ਤਰ੍ਹਾਂ ਥੋੜਾ ਜਿਹਾ ਪਾਸਾ ਰੱਖ ਕੇ ਚੱਲਦੇ ਆ, ਬਸ ਫਰਕ ਤੇ ਇਹਨਾਂ ਕੀ ਆ ਵੀ ਅਜੇ ਜ਼ਮੀਰ ਪੂਰੀ ਮਰੀ ਨਹੀਂ, ਚਲੋ ਥੋੜਾ ਜਿਹਾ ਪਾਸਾ ਰੱਖ ਕੇ ਚੱਲ ਰਹੇ ਆ। ਬਾਕੀ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਾਂ, ਹਾਂਜੀ ਹਾਂਜੀ, ਸਮੇਂ ਦੇ ਨਾਲ ਤਬਦੀਲੀਆਂ ਆਉਂਦੀਆਂ ਨੇ। ਮੈਂ ਇਹ ਚਾਹੂੰਗਾ ਲੋਕਾਂ ਦੇ ਵਿੱਚੋਂ ਆਪਣਾ ਆਗੂ ਚੁਣਨ, ਜਿਹੜਾ ਸਹੀ ਮਾਇਨੇ ਦੇ ਵਿੱਚ ਨੁਮਾਇੰਦਗੀ ਕਰ ਸਕੇ, ਚਿਹਰੇ ਦੀ ਰਾਜਨੀਤੀ ਨੂੰ ਛੱਡ ਕੇ ਚਰਿੱਤਰ ਦੀ ਰਾਜਨੀਤੀ ਕਰਨ। ਚਰਿੱਤਰ ਦੀ ਰਾਜਨੀਤੀ ਹੋਏਗੀ ਤੇ ਪੰਜਾਬ ਬਚਣਾ। ਇਸ ਵੇਲੇ ਪੰਜਾਬ ਪੌਣੇ 3 ਲੱਖ ਕਰੋੜ ਰੁਪਏ ਦਾ ਕਰਜ਼ਾਈ ਆ। ਸਾਰੇ ਇਹ ਦਮਗਜੇ ਮਾਰਦੇ ਆ, ਅਸਾਂ ਪੰਜਾਬ ਦੀ ਬਹੁਤ ਸੇਵਾ ਕੀਤੀ, ਅਸਾਂ ਪੰਜਾਬ ਦੀ ਬਹੁਤ ਸੇਵਾ ਕੀਤੀ, ਫਿਰ ਇਹ ਕਰਜ਼ਾ ਕੌਣ ਚੜਾ ਗਿਆ? ਤੇ ਉਹਨਾਂ ਸੱਚਮੁੱਚ ਸੇਵਾ ਕੀਤੀ ਆ। ਦੇਖੋ ਸੇਵਾ ਦਾ ਫਲ ਵੀ ਉਹਨਾਂ ਨੂੰ ਮਿਲਿਆ, ਘਰ ਭਰ ਲਏ ਨੇ, ਦੇਖੋ ਆਮ ਆਦਮੀ ਤੇ ਟੈਕਸ ਦੇ ਰਿਹਾ, ਹਰ ਬੰਦਾ ਟੈਕਸ ਦੇ ਰਿਹਾ। ਜਿਹੜੇ ਬੰਦੇ ਸਿਆਸਤ ਬਿਜ਼ਨਸ ਦੇ ਤੌਰ ਦੇ ਉੱਤੇ ਕਰਦੇ ਨੇ ਉਹਨਾਂ ਨੂੰ ਮੁਬਾਰਕ ਕਰਨ, ਵੱਡੇ ਲੈਵਲ ਦੇ ਲੋਕ ਕਰਦੇ ਨੇ। ਛੋਟੇ ਲੈਵਲ ਵਾਲੇ ਜਿਹੜੇ ਹੁੰਦੇ ਨੇ ਇਹਨਾਂ ਦਾ ਕੋਈ ਬਹੁਤਾ ਵਪਾਰ ਦੇ ਨਾਲ ਤਲਕ ਨਹੀਂ ਹੁੰਦਾ। ਪਰ ਪੰਜਾਬ ਨੂੰ ਬਚਾਉਣ ਵਾਸਤੇ ਸਾਨੂੰ ਸਵਾਰਥੀ ਹੋਣਾ ਪਊ। ਸਵਾਰਥੀ ਹੋਣ ਤੋਂ ਭਾਵ ਸਾਨੂੰ ਆਪਣੇ ਬੱਚਿਆਂ ਦਾ ਭਵਿੱਖ ਸੋਚਣਾ ਪਊ। ਅੱਜ ਸਾਡੇ ਬੱਚੇ, ਜਿਹੜਾ ਬੱਚਾ ਸਾਡਾ +2 ਕਰਦਾ, ਉਹਦੀ ਪਹਿਲੀ ਕੋਸ਼ਿਸ਼ ਇਹ ਹੁੰਦੀ ਆ ਮੈਂ ਆਈਲੈਟਸ ਕਰਾਂ, ਮੈਂ ਬਾਹਰ ਚਲਾ ਜਾ। ਜੇ ਪੰਜਾਬ ਦੇ ਲੋਕ ਪੰਜਾਬ ਛੱਡ ਕੇ ਬਾਹਰ ਜਾਈ ਜਾਣਗੇ, ਪੰਜਾਬ 'ਚ ਕੌਣ ਰਹੇਗਾ? ਸਾਡੀ ਹੋਂਦ ਦੀ ਲੜਾਈ ਬਣ ਗਈ ਆ। ਇਹ ਇਕੱਲੀ ਤੁਸੀਂ ਗੱਲ ਕੀਤੀ ਆਪਣੀ ਹੋਂਦ ਦੀ ਗੱਲ, ਆਪਣੀ ਹੋਂਦ ਦੀ ਗੱਲ ਨਹੀਂ, ਇਹ ਪੰਜਾਬ ਦੀ ਹੋਂਦ ਦੀ ਗੱਲ ਆ। ਜਾਗਰੂਕ ਹੋਣਾ ਪਊਗਾ ਲੋਕਾਂ ਨੂੰ। ਸਾਨੂੰ ਜਿਹੜੀਆਂ ਪੂਛਾਂ ਫੜ ਕੇ ਅਸੀਂ ਬੈਠੇ ਹਾਂ ਤੇ ਪਛੱਡੇ ਖਾ ਕੇ ਆਪਣੇ ਮੂੰਹ ਮੱਥੇ ਬਣਾ ਲਏ ਨੇ, ਇਹਦੇ 'ਚੋਂ ਪਾਸੇ ਨਿਕਲਣਾ ਪਊਗਾ। ਇਹ ਜਿਹੜੀ ਸਾਡੇ ਅੰਦਰ ਇੱਕ ਚਿਹਰੇ ਦੀ ਗੱਲ ਬਣ ਗਈ ਆ ਵੀ ਹਾਂ ਜਾਂ ਜੀ ਜੇ ਆਹ ਮਰ ਗਿਆ ਤੇ ਇਹਨੂੰ ਬਗੈਰ ਤੇ ਕੰਮ ਹੀ ਨਹੀਂ ਹੋਣਾ। ਦੁਨੀਆ ਚੱਲਦੀ ਰਹਿਣੀ ਆ, ਕੋਈ ਕਿਸੇ ਦੇ ਨਾਲ ਨਹੀਂ ਵੱਜਾ, ਇੱਥੇ ਸਭ ਨੇ ਤੁਰੇ ਰਹਿਣਾ। ਇਹ ਦੁਨੀਆ ਚਲੋ ਚਲੀ ਦਾ ਮੇਲਾ, ਇੱਕ ਨੇ ਆਉਣਾ ਦੂਜੇ ਨੇ ਚਲੇ ਜਾਣਾ। ਇਹ ਪ੍ਰੋਸੈਸ ਇਸੇ ਤਰ੍ਹਾਂ ਚੱਲਦਾ ਰਹਿਣਾ ਵਾ। ਸਤਿਗੁਰ ਕਿਰਪਾ ਕਰੇ ਪੰਜਾਬ ਨੂੰ ਇੱਕ ਚੰਗਾ ਬਦਲ ਮਿਲੇ ਜਿਹੜਾ ਲੋਕ ਹਿੱਤ ਦੀ ਰਾਜਨੀਤੀ ਕਰੇ। ਤੁਸੀਂ ਫਿਰ ਚਿਹਰਾ ਵੀ ਨਹੀਂ ਨਾ ਦੱਸਦੇ ਕਿ ਵੋਟ ਪਾਈ ਕਿਹਨੂੰ ਜਾਵੇ। ਸਮਾਂ ਆਉਣ ਤੇ WhatsApp ਦੱਸਾਂਗੇ, ਜਦੋਂ ਵੋਟ ਦੀ ਵਾਰੀ ਆਊਗੀ ਉਦੋਂ ਦੱਸਾਂਗੇ, ਜੇ ਪਤਾ ਤੇ ਲੱਗ ਰਿਹਾ ਕਿੰਨਾ ਸਮਾਂ ਹੋਰ ਸਾਡੇ ਦਰਸ਼ਕ ਜਿਹੜੇ ਆ ਵੇਟ ਕਰਨ। ਬਸ ਦੱਸ ਦਿਆਂਗੇ ਅਕਤੂਬਰ ਨਵੰਬਰ ਤੱਕ। ਚਲੋ ਸੋ ਬਹੁਤ ਬਹੁਤ ਧੰਨਵਾਦ ਹੈ ਦੋਸਤੋ। ਤੁਹਾਡੀਆਂ ਚਰਚਾਵਾਂ ਸਨ, ਬਾਜ਼ਾਰ 'ਚ ਦੇ ਵਿੱਚ ਗੱਲਾਂ ਹੁੰਦੀਆਂ ਸਨ ਕਿ ਨਾਲਾ ਦੀ ਸਿਆਸਤ ਦੇ ਵਿੱਚ ਇਸ ਵੇਲੇ ਕੀ ਚੱਲ ਰਿਹਾ, ਖੁੱਲ੍ਹ ਕੇ ਸਾਹਮਣੇ ਆਉਣਾ ਚਾਹੀਦਾ। ਸੋ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਆ। ਅੱਗੇ ਹੋਰ ਵੀ ਜਿਹੜੇ ਸਰਗਰਮ ਲੀਡਰ ਨੇ ਅਜਨਾਲਾ ਦੀ ਸਿਆਸਤ ਦੇ ਵਿੱਚ, ਉਹਨਾਂ ਦਾ ਕੀ ਰਵੱਈਆ ਹੈ, ਕਿਸ ਨਜ਼ਰ ਨਾਲ ਦੇਖਦੇ ਨੇ ਔਰ ਕਿਸ ਤਰ੍ਹਾਂ ਦੀ ਜਿਹੜੀ ਆ ਉਹ ਰਾਜਨੀਤੀ ਜਾਂ ਰਣਨੀਤੀ ਉਲੀਕਣਾ ਚਾਹੁੰਦੇ ਨੇ ਅਜਨਾਲਾ ਦੇ ਵਿੱਚ। ਸੋ ਤੁਸੀਂ ਸਾਡੇ ਨਾਲ ਇਹ ਜੁੜੇ ਰਹਿਣਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਹਸਤਿਕਤਾ, ਪੱਤਰਕਾਰਤਾ ਵਿੱਚ ਲਿਆਈਏ, ਲੋਕ ਮਸਲੇ ਨੂੰ ਜਿਹੜਾ ਆ ਉਹ ਸਹੀ ਢੰਗ ਨਾਲ ਤੁਹਾਡੇ ਸਨਮੁਖ ਪੇਸ਼ ਕਰ ਸਕੀਏ। ਸੋ ਅਜਨਾਲਾ ਤੋਂ ਮੈਂ ਆਪਣੇ ਸਹਿਯੋਗੀ ਕੈਮਰਾਮੈਨ ਤੇਜਵੀਰ ਕਰਨ ਦੇ ਨਾਲ ਗੁਰਿੰਦਰ ਸਿੰਘ ਬਾਠ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ।